ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਅਜ਼ੀਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਉਹਨਾਂ ਦੀ ਮਧੁਰ ਆਵਾਜ਼ ਦੇ ਵਿੱਚ ਗੁਰੂ ਪਾਤਸ਼ਾਹ ਦੀ ਉਚਾਰੀ ਹੋਈ ਤੁਰ ਕੀ ਬਾਣੀ ਦਾ ਤੁਸੀਂ ਬਹੁਤ ਹੀ ਸੁੰਦਰ ਫਰਮਾਨ ਸਰਵਣ ਕੀਤਾ ਹੈ। ਸਤਿਗੁਰ ਗਿਆਨ ਰਤਨ ਪ੍ਰਗਾਸਿਆ, ਕਿ ਗੁਰੂ ਗਿਆਨ ਦੇ ਰਤਨ ਦਾ ਸਿੱਖ ਦੇ ਹਿਰਦੇ ਅੰਦਰ ਪ੍ਰਕਾਸ਼ ਕਰ ਦਿੰਦਾ ਹੈ, ਤਾਂ ਉਹਦੇ ਨਾਲ ਹੁੰਦਾ ਕੀ ਹੈ ਕਿ ਜਮਨ ਮਰਨ ਤੋਂ ਸਿੱਖ ਦਾ ਜਿਹੜਾ ਭੈ ਹੈ ਉਹ ਮੁਕਤ ਹੋ ਜਾਂਦਾ ਹੈ ਸਿੱਖ। ਪਰ ਜਦੋਂ ਅਸੀਂ ਇਸ ਗਿਆਨ ਰਤਨ ਦੇ ਪ੍ਰਕਾਸ਼ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਸਿੱਖ ਤੇ ਗੁਰੂ ਦਾ ਰਿਸ਼ਤਾ ਕਿਵੇਂ ਦਾ ਹੋਵੇ, ਕਿ ਗੁਰੂ ਉਹ ਗਿਆਨ ਦਾ ਦੀਪਕ ਸਿੱਖ ਦੇ ਹਿਰਦੇ ਵਿੱਚ ਜਗਾ ਦੇਵੇ। ਜਦੋਂ ਅਸੀਂ ਦੁਨੀਆ ਦੇ ਧਰਮਾਂ ਦਾ ਅਧਿਐਨ ਕਰਦੇ ਹਾਂ, ਖਾਸ ਕਰਕੇ ਸੂਫੀ ਮਤ ਦੇ ਵਿੱਚ, ਜਿਨ੍ਹਾਂ ਧਰਮਾਂ ਦੇ ਵਿੱਚ ਇਹ ਪਰੰਪਰਾ ਗੁਰੂ ਔਰ ਚੇਲੇ ਦੀ ਬਹੁਤ ਹੀ ਜ਼ਿਆਦਾ ਜਲਾਲੀ ਰੂਪ ਦੇ ਵਿੱਚ ਹੈ, ਉਹਨਾਂ ਦੇ ਵਿੱਚ ਸੂਫੀ ਮਤ ਦਾ ਇੱਕ ਸ਼ਹੀਦ ਗਿਣਿਆ ਜਾਂਦਾ ਹੈ ਮਨਸੂਰ। ਪੂਰਾ ਨਾਮ ਮਨਸੂਰ ਅਲ ਹਲਾਜ। ਜਦੋਂ ਮਨਸੂਰ ਨੇ ਅਨਲ ਹੱਕ ਦੀ ਗੱਲ ਕੀਤੀ, ਅਹੰ ਬ੍ਰਹਮ, ਮੈਂ ਪਰਮਾਤਮਾ, ਮੈਂ ਰੱਬ, ਤਾਂ ਜਿਹੜੇ ਇਸਲਾਮ ਦੀ ਕੱਟੜ ਸ਼ਰ੍ਹਾ ਦੇ ਮਾਲਕ ਸੀ, ਉਹਨਾਂ ਨੇ ਸੋਚਿਆ ਕਿ ਇਹ ਇਸਲਾਮ ਦੀ ਤੌਹੀਦ ਔਰ ਕੱਟੜ ਸ਼ਰ੍ਹਾ ਦੀ ਵਿਰੋਧਤਾ ਹੈ, ਬੇਅਦਬੀ ਹੈ, ਗੁਸਤਾਖੀ ਹੈ। ਉਸ ਨੇ ਆਪਣੇ ਉਸਤਾਦ, ਮੈਂ ਗੁਰੂ ਤੇ ਚੇਲੇ ਦੇ ਰਿਸ਼ਤੇ ਦੀ ਤੁਹਾਡੇ ਨਾਲ ਗੱਲ ਸਮਝਾਉਣ ਲੱਗਾ, ਆਪਣੇ ਉਸਤਾਦ ਦੇ ਨਾਲ ਜਦੋਂ ਇਹ ਗੱਲ ਕੀਤੀ ਤਾਂ ਇੱਕ ਰਾਈਟਰ ਨੇ, ਸੈਯਦ ਅਤਾਰ, ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਉਸ ਵਾਰਤਾਲਾਪ ਨੂੰ ਦਰਜ ਕੀਤਾ ਹੈ ਕਿ ਮਨਸੂਰ ਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਉਸ ਦਾ ਜਿਹੜਾ ਧਾਰਮਿਕ ਰਹਿਨੁਮਾ ਸੀ, ਉਸ ਦਾ ਧਾਰਮਿਕ ਗੁਰੂ ਸੀ, ਉਸ ਦਾ ਉਸਤਾਦ ਸੀ ਜੁਨੈਦ ਬਗਦਾਦੀ, ਉਸਨੇ ਇੱਕ ਗੱਲ ਕਹੀ, ਕਹਿੰਦਾ ਮਨਸੂਰ, ਦਾ ਡੇ ਇਜ਼ ਨਾਟ ਸੋ ਫਾਰ, ਉਹ ਦਿਨ ਦੂਰ ਨਹੀਂ ਹੈ, ਵੈਨ ਏ ਕਾਰਨਰ ਆਫ ਏ ਵੁਡਨ ਪਲੈਂਕ ਵਿਲ ਬੀ ਕਲਰਡ ਵਿਦ ਯੂਅਰ ਬਲੱਡ, ਉਹ ਦਿਨ ਦੂਰ ਨਹੀਂ ਜਦੋਂ ਲੱਕੜੀ ਦੀ ਇੱਕ ਤਕੋਨ ਤੇਰੇ ਖੂਨ ਦੇ ਨਾਲ ਰੰਗੀ ਜਾਵੇਗੀ। ਤੇ ਮਨਸੂਰ ਦਾ ਅੱਗੋਂ ਜਵਾਬ ਪਤਾ ਕੀ ਹੈ? ਕਹਿੰਦਾ, ਯਾਰ ਮੈਂ ਜਾਣਦਾ, ਆਈ ਨੋ, ਬਟ ਦੈਟ ਡੇ ਯੂ ਵਿਲ ਰਿਮੂਵ ਯੂਅਰ ਸੂਫੀ ਡਰੈਸ ਐਂਡ ਯੂ ਵਿਲ ਬੀ ਦਾ ਓਨਲੀ ਐਵੀਡੈਂਸ ਆਫ ਮਾਈ ਕੈਪੀਟਲ ਪਨਿਸ਼ਮੈਂਟ। ਮੇਰੇ ਮੌਤ ਦੇ ਵਾਰੰਟ ਦੇ ਉੱਪਰ ਦਸਤਖਤ ਵੀ ਤੂੰ ਕਰੇਗਾ, ਉਸ ਦਿਨ ਤੂੰ ਆਪਣਾ ਸੂਫੀਆਨਾ ਲਿਬਾਸ ਵੀ ਉਤਾਰ ਦੇਵੇਂਗਾ, ਪਰ ਤੇਰੇ 'ਚ ਇੰਨੀ ਜ਼ਰੂਰਤ ਨਹੀਂ ਹੋਵੇਗੀ ਤੂੰ ਸੱਚ ਤੇ ਖਲੋ ਕੇ ਮੇਰੀ ਹਮਾਇਤ ਕਰ ਸਕੇ। ਕਿ ਦੁਨੀਆ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ ਜੇ ਚੇਲੇ ਦੇ ਉੱਪਰ ਬਿਪਤਾ ਬਣੀ ਹੈ ਤਾਂ ਉਹਦਾ ਉਸਤਾਦ ਉਹਦੇ ਨਾਲ ਨਹੀਂ ਖੜਾ, ਪਰ ਜਦੋਂ ਅਸੀਂ ਸਿੱਖ ਧਰਮ ਨੂੰ ਵੇਖਦੇ ਹਾਂ ਤੇ ਸੱਚ ਜਾਣਿਓ, ਇੱਥੇ ਸਿੱਖੀ ਦੀ ਨੀਂਹ ਜਿਹੜੀ ਹੈ ਉਹ ਰੱਖੀ ਚੇਲੇ ਤੋਂ ਜਾ ਰਹੀ ਹੈ। ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਬੜੀ ਵਿਲੱਖਣ ਘਟਨਾ ਹੈ। ਜਦੋਂ ਤੁਸੀਂ ਦੁਨੀਆ ਦੇ ਧਾਰਮਿਕ ਜਗਤ ਨੂੰ ਪੜ੍ਹਦੇ ਹੋ ਤੇ ਇਹ ਵਰਤਾਰਾ ਕਿਤੇ ਨਹੀਂ ਵਾਪਰਿਆ ਕਿ ਕਿਸੇ ਧਾਰਮਿਕ ਰਹਿਬਰ ਨੇ ਆਪਣੀ ਉਮਤ ਨੂੰ, ਆਪਣੇ ਕਿਸੇ ਚੇਲੇ ਨੂੰ ਆਪਣਾ ਰੂਪ ਦੇ ਦਿੱਤਾ ਹੋਵੇ, ਉਹ ਵੀ ਆਪਣੇ ਜਿਉਂਦੇ ਜੀ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬੜਾ ਸੁੰਦਰ ਚਿਤਰਣ ਕੀਤਾ ਹੈ, ਕਹਿੰਦੇ, ਥਾਪਿਆ ਲਹਿਣਾ ਜੀਵਦੇ ਗੋਰਿਆਈ ਸਿਰ ਛਤਰ ਫਰਾਇਆ। ਗੁਰੂ ਨਾਨਕ ਸਾਹਿਬ ਨੇ ਆਪਣੇ ਜਿਉਂਦੇ ਜੀ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕਰ ਦਿੱਤਾ, ਤੇ ਗੁਰੂ ਨਾਨਕ ਜਿਹੜਾ ਗੁਰੂ ਸੀ ਆਪ ਸਿੱਖ ਬਣ ਕੇ ਉਹਦੇ ਸਾਹਮਣੇ ਬੈਠਾ। ਦੁਨੀਆ ਦੇ ਇਤਿਹਾਸ ਦੇ ਵਿੱਚ, ਧਾਰਮਿਕ ਜਗਤ ਦੇ ਵਿੱਚ ਇਹ ਘਟਨਾ ਕਿਤੇ ਨਹੀਂ ਵਾਪਰੀ ਕਿ ਕਿਸੇ ਗੁਰੂ ਨੇ ਆਪਣਾ ਆਪਾ ਹੀ ਆਪਣੀ ਉਮਤ 'ਚ ਰੱਖ ਦਿੱਤਾ ਹੋਵੇ, ਭਾਵੇਂ ਕਿ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹੀ ਹੈ। ਦਸਮ ਪਾਤਸ਼ਾਹ ਨੇ ਵੀ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ। ਪਰ ਉਸ ਤੋਂ ਪਹਿਲਾਂ ਜਿਹੜੇ ਗੁਰੂ ਪਾਤਸ਼ਾਹ ਨੇ ਸੰਕੇਤ ਵਰਤੇ ਨੇ ਬੜੇ ਅਹਿਮ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ
ਖੇਤਾਂ ਦੇ ਵਿੱਚ ਨਦੀਨ ਕੱਢ ਰਹੇ ਨੇ ਤੇ ਭਾਈ ਲਹਿਣਾ ਜੀ ਨਾਲ ਸੇਵਾ ਕਰ ਰਹੇ ਨੇ। ਜਦੋਂ ਘਰ ਨੂੰ ਵਾਪਸ ਆਉਣ ਲੱਗੇ ਤੇ ਚਿੱਕੜ ਦੀ ਨਦੀਨ ਵਾਲੀ ਪੰਡ ਜਿਹੜੀ ਸੀ ਭਾਈ ਲਹਿਣਾ ਦੇ ਸਿਰ ਦੇ ਉੱਪਰ ਹੈ। ਸਫੇਦ ਬਸਤਰ ਬਿਲਕੁਲ ਚਿੱਕੜ ਆਲੂਦ ਹੋ ਗਏ ਨੇ। ਤੇ ਜਦੋਂ ਘਰ ਪਹੁੰਚੇ ਤਾਂ ਗੁਰੂ ਨਾਨਕ ਸਾਹਿਬ ਦੇ ਮਹਿਲ ਉਹਨਾਂ ਦੀ ਧਰਮ ਪਤਨੀ ਕਹਿਣ ਲੱਗੇ, ਚੰਗੇ ਘਰ ਦਾ ਸ਼ਾਹੂਕਾਰ ਸੀ ਤੇ ਤੁਸੀਂ ਇਸ ਦੇ ਸਿਰ ਦੇ ਉੱਪਰ ਚਿੱਕੜ ਦੀ ਪੰਡ ਰੱਖ ਦਿੱਤੀ ਹੈ। ਤੇ ਕਹਿੰਦੇ ਤੂੰ ਆਪਣੀ ਦ੍ਰਿਸ਼ਟੀ ਤੋਂ ਨਾ ਵੇਖ, ਤੂੰ ਮੇਰੀ ਦ੍ਰਿਸ਼ਟੀ ਤੋਂ ਵੇਖ ਕਿ ਇਹ ਚਿੱਕੜ ਦੀ ਪੰਡ ਨਹੀਂ ਹੈ, ਇਹ ਤੇ ਗੁਰੂ ਨਾਨਕ ਦੀ ਸਿੱਖੀ ਦਾ ਤਾਜ ਹੈ। ਪਾਤਸ਼ਾਹ ਇਹ ਤਾਂ ਸੋਚਣਾ ਸੀ ਕਿ ਉਹਦੇ ਸਫੇਦ ਬਸਤਰ ਜਿਹੜੇ ਨੇ ਚਿੱਕੜ ਆਲੂਦ ਹੋ ਗਏ ਨੇ, ਸਾਰੇ ਬਸਤਰ ਗੰਦੇ ਹੋ ਗਏ ਨੇ। ਭਾਗਵਾਨੀ ਇਹਨੂੰ ਵੀ ਚਿੱਕੜ ਨਾ ਸਮਝ, ਇਹ ਤਾਂ ਗੁਰੂ ਨਾਨਕ ਦੀ ਵਡਿਆਈ ਦਾ ਕੇਸਰ ਹੈ। ਇਹ ਗੁਰੂ ਨਾਨਕ ਸਾਹਿਬ ਨੇ ਵਡਿਆਈਆਂ ਭਾਈ ਲਹਿਣਾ ਜੀ ਨੂੰ ਬਖਸ਼ ਦਿੱਤੀਆਂ। ਇੰਨਾ ਪਿਆਰ, ਇੰਨਾ ਸਤਿਕਾਰ, ਇੰਨਾ ਸਮਰਪਣ, ਇੰਨੀ ਦ੍ਰਿੜਤਾ ਕਿ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਦਿੱਤਾ। ਤੇ ਇਹ ਜਿਹੜੀ ਜਿਸ ਨੂੰ ਅਸੀਂ ਇਸ ਸ਼ਬਦ ਦੇ ਵਿੱਚ ਪੜ੍ਹਿਆ ਸੀਗਾ ਕਿ ਗਿਆਨ ਰਤਨ ਦਾ ਪ੍ਰਗਾਸ਼ ਜਦੋਂ ਹੋ ਜਾਂਦਾ ਹੈ, ਉਹ ਪ੍ਰਕਾਸ਼ ਹੈ ਹੀ ਜੋਤ ਦੇ ਸਦਕਾ। ਇਸੇ ਕਰਕੇ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਨਤਮਸਤਕ ਹੁੰਨੇ ਆ ਤਾਂ ਅਸੀਂ ਕਹਿੰਦੇ ਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ। ਅਸੀਂ ਇੱਥੇ ਪ੍ਰਗਟ ਸ਼ਬਦ ਵਰਤਦੇ ਆ ਕਿਉਂਕਿ ਜੋਤ ਪ੍ਰਗਟ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੇ ਵਿੱਚ ਜਿਹੜਾ ਪਰਮਾਤਮਾ ਨੇ ਆਪਣੇ ਨਿਰਾਕਾਰ ਰੂਪ ਨੂੰ ਸਾਕਾਰ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਦ੍ਰਿਸ਼ਮਾਨ ਕੀਤਾ ਹੈ, ਉਹਦੇ ਬਾਰੇ ਵੀ ਭਾਈ ਗੁਰਦਾਸ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ। ਜਨਮਿਆ ਸ਼ਬਦ ਨਹੀਂ ਵਰਤਿਆ। ਸ਼ਬਦ ਜਨਮ ਹੋਵੇ ਤੇ ਮੌਤ ਦੇ ਨਾਲ ਸੰਬੰਧ ਹੋਵੇਗਾ, ਸਰੀਰ ਕਰਕੇ ਹੋ ਸਕਦਾ ਹੈ, ਪਰ ਜਦੋਂ ਗੱਲ ਜੋਤ ਤੇ ਜੁਗਤ ਦੀ ਹੋਵੇ ਫਿਰ ਸੰਬੰਧ ਜੋਤ ਦੇ ਨਾਲ ਹੈ। ਪ੍ਰਗਟਿਆ ਸ਼ਬਦ ਹੀ ਇਸ ਕਰਕੇ ਵਰਤਿਆ ਕਿ ਭੱਟ ਸਾਹਿਬਾਨ ਨੇ ਕਿਹਾ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਰਮਾਤਮਾ ਨੇ ਆਪਣੀ ਨਿਰਾਕਾਰ ਜੋਤ ਨੂੰ ਸਾਕਾਰ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਰੂਪ 'ਚ ਸੰਸਾਰ ਦੇ ਵਿੱਚ ਦ੍ਰਿਸ਼ਮਾਨ ਕੀਤਾ ਹੈ। ਇਸੇ ਕਰਕੇ ਜਦੋਂ ਅਸੀਂ ਜੋਤ ਤੇ ਜੁਗਤ ਦੀ ਗੱਲ ਕਰਦੇ ਹਾਂ ਤਾਂ ਜੋਤ ਟਰੈਵਲ ਕਰਦੀ ਹੈ। ਜੋਤ ਇੱਕ ਜਾਮੇ ਤੋਂ ਦੂਜੇ ਜਾਮੇ 'ਚ ਜਾਂਦੀ ਹੈ ਤੇ ਜੁਗਤ ਦਾ ਵਰਤਾਰਾ ਹੁੰਦਾ ਹੈ। ਭੱਟ ਸਾਹਿਬਾਨ ਕਹਿੰਦੇ ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਜੋਤ ਉਹੀ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ। ਉਹੀ ਜੋਤ ਦਸਮ ਪਾਤਸ਼ਾਹ ਨੇ ਵਿਸਥਾਪਿਤ ਕਰ ਦਿੱਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਤੇ ਭਾਈ ਨੰਦ ਲਾਲ ਜੀ ਬੜਾ ਸੁੰਦਰ ਚਿਤਰਨ ਕਰਦੇ ਨੇ, ਕਹਿੰਦੇ ਨੇ ਹਮੂ ਰਤਨ ਜੌਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਭੇਦ ਕਹਿਣ ਵਾਲਾ ਮਨੁੱਖ ਜਿਹੜਾ ਉਹ ਧਾਰਮਿਕ ਰੂਹਾਨੀਅਤ ਦੀ ਸੋਝੀ ਤੋਂ ਸਖਣਾ ਹੈ। ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਭੇਦ ਹੀ ਕੋਈ ਨਹੀਂ ਹੈ। ਹਮੂ ਰਤਨ ਜੌਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਗੋਬਿੰਦ ਨਾਨਕ ਹੈ ਔਰ ਨਾਨਕ ਗੋਬਿੰਦ ਹੈ। ਬਿਲਕੁਲ ਰੰਚਕ ਮਾਤਰ ਵੀ ਕਿਤੇ ਅੰਤਰ ਨਹੀਂ ਹੈ। ਤੇ ਇਹੀ ਜੋਤ ਜਦੋਂ ਪੰਚਮ ਪਾਤਸ਼ਾਹ ਤੋਂ ਛੇਵੇਂ ਪਾਤਸ਼ਾਹ ਚ ਆਉਂਦੀ ਹੈ ਤੇ ਉੱਥੇ ਵੀ ਗੱਲ ਕਾਇਆ ਤੇ ਜੋਤ ਦੀ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਨੇ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਦਲ ਭੰਜਨ ਗੁਰ ਸੂਰਮਾ ਵਟ ਜੋਧਾ ਬਹੁ ਪਰ ਉਪਕਾਰੀ। ਫਿਰ ਅਰਜਨ ਕਾਇਆ ਪਲਟ ਕੇ ਸਰੀਰ ਬਦਲ ਰਿਹਾ ਹੈ। ਮੂਰਤ ਹਰਗੋਬਿੰਦ ਸਵਾਰੀ, ਜੋਤ ਗੁਰੂ ਹਰਗੋਬਿੰਦ ਸਾਹਿਬ 'ਚ ਜਾ ਰਹੀ ਹੈ। ਤੇ ਦਸਮ ਪਾਤਸ਼ਾਹ ਨੇ ਇਸ ਜੋਤ ਤੇ ਜੁਗਤ ਨੂੰ ਕਿਵੇਂ ਖਾਲਸੇ 'ਚ ਵਿਸਥਾਪਿਤ ਕੀਤਾ? ਪਾਤਸ਼ਾਹ ਨੇ ਖਾਲਸੇ ਦੇ ਵਾਸਤੇ ਜਨਮਿਆ ਸ਼ਬਦ ਨਹੀਂ ਵਰਤਿਆ। ਪਾਤਸ਼ਾਹ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਪ੍ਰਗਟ ਕੀਤੇ ਖਾਲਸੇ ਨੂੰ ਜੋਤ ਦੇ ਲੜ ਲਾ ਕੇ ਕਹਿ ਦਿੱਤਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਤੇ। ਸੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਗੱਦੀ ਦੇ ਉੱਪਰ ਅਸਥਾਪਨ ਹੋਣ ਤੱਕ ਇਹ ਜੋਤ ਤੇ ਜੁਗਤ ਦੀ ਵਿਚਾਰਧਾਰਾ ਹੈ। ਜੋਤ ਸ਼ਬਦ ਹੈ, ਜੁਗਤ ਗੁਰੂ ਦੀ ਕਾਇਆ ਹੈ ਜਿਸ ਤੇ ਰਾਹੀਂ ਇਹ ਸਾਰਾ ਵਰਤਾਰਾ ਵਾਪਰਦਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਜਦੋਂ ਜੋਤ ਵਿਸਥਾਪਿਤ ਹੋ ਜਾਂਦੀ ਹੈ, ਜਦੋਂ ਜੋਤ ਦਾ ਵਿਸਥਾਪਨ ਹੋ ਜਾਂਦਾ ਹੈ, ਉਸ ਵੇਲੇ ਅਵਸਥਾ ਕਿਵੇਂ ਦੀ ਹੈ? ਬਾਬਾ ਅਟਲ ਜੀ ਅਕਾਲ ਚਲਾਣਾ ਕਰਕੇ ਮੈਂ ਕੇਵਲ ਕੁਝ ਸੰਕੇਤਾਂ ਦੀ ਗੱਲ ਕਰਨੀ ਹੈ
ਕਿ ਪਾਤਸ਼ਾਹ ਸੰਕੇਤ ਦੇ ਵਿੱਚ ਸਾਨੂੰ ਕਿਵੇਂ ਸਮਝਾ ਦਿੰਦੇ ਨੇ। ਬਾਬਾ ਅਟਲ ਜੀ ਅਕਾਲ ਚਲਾਣਾ ਕਰਕੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਂਢੂ ਸਾਈਂ ਦਾਸ ਜੀ ਮਾਤਮ ਪੁਰਸ਼ੀ ਵਾਸਤੇ ਅਫਸੋਸ ਵਾਸਤੇ ਆਏ। ਜਦੋਂ ਆ ਕੇ ਵੇਖਿਆ ਘਰ ਦੇ ਵਿੱਚ ਪੁੱਤਰ ਦੀ ਲਾਸ਼ ਪਈ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਨੂੰ ਉਪਦੇਸ਼ ਕਰ ਰਹੇ ਨੇ। ਬੜੀ ਦ੍ਰਿੜਤਾ ਦੇ ਨਾਲ ਸੰਗਤਾਂ ਦੇ ਨਾਲ ਵਾਰਤਾਲਾਪ ਹੋ ਰਿਹਾ ਹੈ। ਜਿਸ ਤਰ੍ਹਾਂ ਘਰ ਦੇ ਵਿੱਚ ਪਹਿਲਾਂ ਗੁਰੂ ਘਰ ਦੇ ਵਿੱਚ ਕਾਰੋਬਾਰ ਕਾਰ ਵਿਹਾਰ ਚੱਲਦੇ ਸੀ, ਉਸੇ ਤਰ੍ਹਾਂ ਚੱਲ ਰਹੇ ਨੇ। ਸਾਈਂ ਦਾਸ ਚੁੱਪ ਬੈਠਾ ਹੈ। ਜਦੋਂ ਸੰਗਤਾਂ ਉੱਠ ਕੇ ਗਈਆਂ ਤੇ ਸਾਈਂ ਦਾਸ ਗੁਰੂ ਹਰਗੋਬਿੰਦ ਸਾਹਿਬ ਦਾ ਸਾਂਢੂ ਇੱਕ ਸਵਾਲ ਕਰਦਾ ਹੈ, ਕਹਿੰਦਾ ਪਾਤਸ਼ਾਹ ਘਰ ਦੇ ਵਿੱਚ ਪੁੱਤਰ ਦੀ ਮੌਤ ਹੋਈ ਹੈ, ਕੋਈ ਅਫਸੋਸ ਨਹੀਂ। ਪਾਤਸ਼ਾਹ ਫਿਰ ਵੀ ਚੁੱਪ ਨੇ। ਕੁਛ ਚਿਰ ਬਾਅਦ ਜਦੋਂ ਬਿਲਕੁਲ ਸਾਈਂ ਦਾਸ ਇਕੱਲਾ ਰਹਿ ਜਾਂਦਾ ਹੈ, ਪਾਤਸ਼ਾਹ ਇੱਕ ਕੌਤਕ ਕਰਦੇ ਨੇ। ਆਪਣੀ ਕਿਰਪਾਨ ਦੀ ਨੋਕ ਦੇ ਨਾਲ ਇੱਕ ਲਕੀਰ ਖਿੱਚ ਦਿੰਦੇ ਨੇ। ਸਾਈਂ ਦਾਸ, ਮੈਂ ਜ਼ਮੀਨ ਦੇ ਉੱਪਰ ਇੱਕ ਲਕੀਰ ਖਿੱਚੀ ਹੈ, ਤੈਨੂੰ ਇਹਦੀ ਕੋਈ ਖੁਸ਼ੀ ਹੋਈ ਹੈ? ਪਾਤਸ਼ਾਹ, ਨਹੀਂ, ਤੁਸੀਂ ਲਕੀਰ ਖਿੱਚੀ ਸੀ। ਕੁਝ ਪਲਾਂ ਤੋਂ ਬਾਅਦ ਪਾਤਸ਼ਾਹ ਉਸ ਲਕੀਰ ਦੇ ਉੱਪਰ ਪੈਰ ਫੇਰਦੇ ਨੇ ਤੇ ਮਿਟਾ ਦਿੰਦੇ ਨੇ। ਕਹਿੰਦੇ ਸਾਈਂ ਦਾਸ, ਮੈਂ ਲਕੀਰ ਨੂੰ ਮਿਟਾ ਦਿੱਤਾ, ਤੈਨੂੰ ਕੋਈ ਦੁੱਖ ਹੋਇਆ? ਨਹੀਂ ਪਾਤਸ਼ਾਹ, ਤੁਸੀਂ ਲਕੀਰ ਨੂੰ ਖਿੱਚਿਆ ਸੀ, ਤੁਸੀਂ ਲਕੀਰ ਨੂੰ ਮਿਟਾ ਦਿੱਤਾ। ਤੁਹਾਡੇ ਖਿੱਚਣ ਦੀ ਖੁਸ਼ੀ ਨਹੀਂ, ਤੁਹਾਡੇ ਮਿਟਾਉਣ ਦਾ ਦੁੱਖ ਨਹੀਂ। ਕਹਿੰਦੇ ਬਸ ਇਹੀ ਬਾਬਾ ਅਟਲ ਦਾ ਅਕਾਲ ਚਲਾਉਣਾ ਹੈ। ਉਹ ਪਰਮਾਤਮਾ ਦੀ ਖਿੱਚੀ ਲਕੀਰ ਸੀ, ਉਹਦੀ ਆਮਦ ਤੇ ਮੈਨੂੰ ਕੋਈ ਹਰਖ ਨਹੀਂ ਸੀ। ਜੇ ਉਹ ਚਲਾ ਗਿਆ ਤੇ ਮੈਨੂੰ ਕੋਈ ਸੋਗ ਨਹੀਂ ਹੈ। ਇਹ ਹੈ ਉਸ ਜੋਤ ਦੀ ਅਵਸਥਾ। ਔਰ ਉਸ ਜੋਤ ਨੇ ਸੰਕੇਤਕ ਰੂਪ ਦੇ ਵਿੱਚ ਇੰਨੇ ਛੋਟੇ ਵਰਤਾਰਿਆਂ ਦੇ ਨਾਲ ਇੰਨੇ ਉੱਚੇ ਅਰਥਾਂ ਦੇ ਸਿਧਾਂਤ ਤੇ ਵਿਚਾਰਧਾਰਾ ਸਾਨੂੰ ਦ੍ਰਿੜ ਕਰਾਈਆਂ ਨੇ ਨਾ, ਕਿ ਵੇਖਣ ਨੂੰ ਇੰਝ ਲੱਗਦਾ ਹੈ ਵਰਤਾਰੇ ਬੜੇ ਛੋਟੇ ਨੇ। ਜੇਕਰ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੇਵਲ ਇੱਕ ਗੱਲ ਨੂੰ ਸੋਚੀਏ ਕਿ ਜੋ ਵੀ ਅਸੀਂ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸ਼ੇਖ ਫਰੀਦਾ ਜਗ ਨਾ ਕਹੂ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਇੱਥੇ ਕਈ ਲਕੀਰਾਂ ਪ੍ਰਮਾਤਮਾ ਨੇ ਪੈਦਾ ਕੀਤੀਆਂ, ਕਈ ਲਕੀਰਾਂ ਮਿਟਾ ਦਿੱਤੀਆਂ। ਹਰ ਲਕੀਰ ਨੇ ਆਪਣੇ ਸਮੇਂ ਦੇ ਅਨੁਸਾਰ ਮਿਟ ਜਾਣਾ। ਗੱਲ ਤਾਂ ਬੜੀ ਛੋਟੀ ਜੀ ਹੈ, ਪਰ ਉਹਦੇ ਚੋਂ ਸਿੱਖਿਆ ਕਿੰਨੀ ਵੱਡੀ ਮਿਲ ਜਾਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਵਿੱਚ ਇੱਕ ਪੰਡਤ ਆਇਆ ਹੈ ਤੇ ਪੰਡਤ ਆ ਕੇ ਪਾਤਸ਼ਾਹ ਨੂੰ ਇੱਕ ਸਵਾਲ ਕਰਦਾ ਹੈ, ਪਾਤਸ਼ਾਹ ਤੁਸੀਂ ਤੇ ਕਹਿੰਦੇ ਹੋ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਦ੍ਰਿੜ ਕਹਿੰਦੇ ਹੋ ਕਿ ਘਟ ਘਟ ਮੇ ਹਰ ਜੂ ਵਸੇ। ਪਾਤਸ਼ਾਹ ਤੁਸੀਂ ਤੇ ਕਹਿੰਦੇ ਹੋ ਹਰ ਹਿਰਦੇ ਦੇ ਵਿੱਚ ਅਕਾਲ ਪੁਰਖ ਵਸਦਾ ਹੈ। ਇਹ ਸਾਡਾ ਵੀ ਤਾਂ ਸਵਾਲ ਹੁੰਦਾ ਨਾ, ਜਿਵੇਂ ਅਸੀਂ ਗੁਰੂ ਦੀ ਗੋਦ 'ਚ ਬੈਠੇ ਹਾਂ ਤੇ ਜੇ ਕਿਤੇ ਸਮਝ ਲਈਏ ਕਿ ਹਰ ਹਿਰਦੇ 'ਚ ਪਰਮਾਤਮਾ ਵਸਦਾ ਹੈ ਤੇ ਸੱਚ ਜਾਣਿਓ ਸਾਡੀਆਂ ਸੰਸਾਰ ਦੀਆਂ ਕਈ ਸਮੱਸਿਆਵਾਂ ਦਾ ਅੰਤ ਹੋ ਜਾਂਦਾ। ਦਰਅਸਲ ਸਮੱਸਿਆਵਾਂ ਦਾ ਕਾਰਨ ਹੀ ਇਹ ਹੈ ਕਿ ਮੈਂ ਕਹਿ ਰਿਹਾ ਮੇਰੇ 'ਚ ਵਸਦਾ ਪਰ ਕਿਸੇ ਹੋਰ 'ਚ ਨਹੀਂ ਵਸਦਾ। ਜਿਹੜਾ ਘਟ ਘਟ ਮੇ ਹਰ ਜੂ ਬਸੇ ਦੀ ਵਿਚਾਰਧਾਰਾ ਹੈ ਜਾਂ ਸਭੇ ਘਟ ਰਾਮ ਬੋਲੇ ਦੀ ਵਿਚਾਰਧਾਰਾ ਹੈ, ਉਹਦੇ ਤੋਂ ਅਸੀਂ ਕੋਹਾਂ ਦੂਰ ਹਾਂ। ਜੇਕਰ ਸਾਨੂੰ ਪਤਾ ਹੋਵੇ ਕਿ ਕਿਸੇ ਹੋਰ ਦੇ ਵਿੱਚ ਵੀ ਉਹ ਰੱਬੀ ਜੋਤ ਜਿਹੜੀ ਹੈ ਉਹ ਵਿਚਰ ਰਹੀ ਹੈ, ਤੇ ਅਸੀਂ ਉਸ ਦੀ ਬੇਇੱਜ਼ਤੀ ਕਰਨ ਤੋਂ ਪਹਿਲਾਂ, ਅਸੀਂ ਉਸ ਦੇ ਬਾਰੇ ਮੰਦਾ ਕਾ ਬੋਲਣ ਤੋਂ ਪਹਿਲਾਂ, ਉਹਦੀ ਨਿੰਦਿਆ ਚੁਗਲੀ ਕਰਨ ਤੋਂ ਪਹਿਲਾਂ ਇਹ ਤਾਂ ਜ਼ਰੂਰ ਸੋਚੀਏ ਕਿ ਜੋ ਕੁਝ ਕਰ ਰਹੇ ਹਾਂ ਉਹਦੇ ਵਿੱਚ ਹੀ ਉਹੀ ਅੰਸ਼ ਹੈ, ਉਹ ਵੀ ਮੇਰੇ ਵਰਗਾ ਹੈ। ਤੇ ਉਹ ਪੰਡਤ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਸਵਾਲ ਕਰਦਾ ਹੈ, ਤੁਸੀਂ ਆਪਣੇ ਸਿੱਖਾਂ ਨੂੰ ਕਹਿੰਦੇ ਹੋ ਕਿ ਹਰ ਸਰੀਰ ਦੇ ਵਿੱਚ ਉਹਦੀ ਜੋਤ ਜਿਹੜੀ ਹੈ ਉਹ ਵਿਚਰਦੀ ਹੈ, ਤੇ ਫਿਰ ਨਜ਼ਰ ਕਿਉਂ ਨਹੀਂ ਆਉਂਦੀ? ਇਹ ਸਾਡੇ ਸਾਹਮਣੇ ਵੀ ਸਵਾਲ ਹੈ ਕਿ ਜੇਕਰ ਪਰਮਾਤਮਾ ਸਾਡੇ ਅੰਦਰ ਸਰਬ ਵਿਆਪਕ ਰੂਪ ਦੇ ਵਿੱਚ ਵਿਚਰ ਰਿਹਾ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ? ਤੇ ਪਾਤਸ਼ਾਹ ਆਰਾਮ ਦੇ ਨਾਲ ਆਨੰਦ ਚਿੱਤ ਬੈਠੇ ਨੇ। ਪੰਡਤ ਕਹਿੰਦਾ ਹੈ, ਪਾਤਸ਼ਾਹ ਮੈਂ ਬੜੀ ਦੂਰੋਂ ਅਭਿਆਗਤ ਆਇਆ, ਮੈਂ ਇੱਕ ਸਵਾਲੀ ਬਣ ਕੇ ਆਇਆ। ਮੈਨੂੰ ਇਹ ਸਵਾਲ ਦਾ ਜਵਾਬ ਚਾਹੀਦਾ ਹੈ ਕਿ ਜੇ ਪਰਮਾਤਮਾ ਹਰ ਹਿਰਦੇ ਦੇ ਵਿੱਚ ਹੈ, ਨਜ਼ਰ ਕਿਉਂ ਨਹੀਂ ਆਉਂਦਾ? ਤੇ ਪਾਤਸ਼ਾਹ ਬਿਧੀ ਚੰਦ ਨੂੰ ਕਹਿੰਦੇ ਨੇ, ਬਿਧੀ ਚੰਦ 4 ਘੜੇ ਪਾਣੀ ਦੇ ਭਰ ਲਓ। ਪੰਡਤ ਸੋਚਦਾ ਹੈ, ਪਾਤਸ਼ਾਹ ਕਿੰਨੀ ਲਾਪਰਵਾਹੀ ਕਰ ਰਹੇ ਨੇ, ਇੰਨੀ ਬੇਧਿਆਨੀ। ਮੈਂ ਸਵਾਲੀਆਂ ਵਾਂਗੂ ਸਵਾਲ ਲੈ ਕੇ ਆਇਆ ਹੈ ਤੇ ਮੇਰੇ ਸਵਾਲ ਦਾ ਕੋਈ ਧਿਆਨ ਨਹੀਂ, ਤੇ ਬਿਧੀ ਚੰਦ ਨੂੰ ਕਹਿ ਰਹੇ ਨੇ ਕਿ 4 ਪਾਣੀ ਦੇ ਘੜੇ ਭਰ ਲਓ।
ਉਹ ਫਿਰ ਕਹਿੰਦਾ ਪਾਤਸ਼ਾਹ ਮੇਰੇ ਸਵਾਲ ਦਾ ਜਵਾਬ। ਪਾਤਸ਼ਾਹ ਕਹਿੰਦੇ ਨੇ ਪਾਣੀ ਦੇ ਘੜੇ ਭਰ ਲੈਣ ਦੇ, ਮੈਂ ਤੇਰੇ ਸਵਾਲ ਦਾ ਜਵਾਬ ਫਿਰ ਦਊਂਗਾ। ਫਿਰ ਕੁਛ ਚਿਰ ਬੈਠਾ ਰਿਹਾ। ਜਦੋਂ ਥੋੜਾ ਦਿਨ ਢਲਿਆ ਤੇ ਪਾਤਸ਼ਾਹ ਕਹਿੰਦੇ ਨੇ ਬਿਧੀ ਚੰਦ ਪਾਣੀ ਦੇ ਘੜੇ ਬਾਹਰ ਰੱਖ ਦੇ। ਪੰਡਤ ਕਹਿੰਦਾ ਪਾਤਸ਼ਾਹ ਮੇਰੇ ਸਵਾਲ ਦਾ ਜਵਾਬ। ਕਹਿੰਦੇ ਚੰਦਰਮਾ ਨੂੰ ਚੜ੍ਹ ਲੈਣ ਦੇ, ਫਿਰ ਮੈਂ ਤੇਰੇ ਸਵਾਲ ਦਾ ਜਵਾਬ ਦਊਂਗਾ। ਸਵਾਲ ਬੜਾ ਅਹਿਮ ਹੈ, ਜਵਾਬ ਕਿਵੇਂ ਦਿੱਤਾ ਜਾ ਰਿਹਾ? ਪਾਤਸ਼ਾਹ ਕਹਿੰਦੇ ਚੰਦਰਮਾ ਨੂੰ ਚੜ੍ਹ ਲੈਣ ਦੇ, ਫਿਰ ਮੈਂ ਤੇਰੇ ਸਵਾਲ ਦਾ ਜਵਾਬ ਦਊਂਗਾ। ਜਦੋਂ ਚੰਦਰਮਾ ਚੜ੍ਹ ਆਇਆ ਤੇ ਹੁਣ ਪੰਡਤ ਕਹਿੰਦਾ ਪਾਤਸ਼ਾਹ ਹੁਣ ਤਾਂ ਸਵਾਲ ਦਾ ਜਵਾਬ ਦੇ ਦਿਓ, ਪੂਰਾ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਿਆ ਪਿਆ ਅਸਮਾਨ ਦੇ ਵਿੱਚ। ਤੇ ਹੁਣ ਪਾਤਸ਼ਾਹ ਬਿਧੀ ਚੰਦ ਨੂੰ ਕਹਿੰਦੇ ਨੇ ਬਿਧੀ ਚੰਦ 3 ਘੜਿਆਂ ਦੇ ਵਿੱਚ ਮਿੱਟੀ ਪਾ ਦੇ ਤੇ ਚੰਗੀ ਤਰ੍ਹਾਂ ਘੋਲ ਦੇ। ਪੰਡਤ ਬੜਾ ਹੈਰਾਨ ਹੈ। ਬਿਧੀ ਚੰਦ ਨੇ 3 ਘੜਿਆਂ 'ਚ ਮਿੱਟੀ ਘੋਲ ਦਿੱਤੀ। ਪੰਡਤ ਕਹਿੰਦਾ ਪਾਤਸ਼ਾਹ ਮੈਂ ਜਾਣਾ, ਮੇਰਾ ਜਵਾਬ ਤੇ ਦੇ ਦਿਓ। ਕਹਿੰਦੇ ਆ ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਵਿਖਾਵਾਂ। 3 ਘੜਿਆਂ 'ਚ ਮਿੱਟੀ ਘੋਲੀ, ਪਾਣੀ ਗੰਧਲਾ ਹੋਇਆ ਸੀ ਤੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਗੰਧਲੇ ਹੋਏ ਘੜਿਆਂ ਦੇ ਵਿੱਚ ਤੈਨੂੰ ਚੰਦਰਮਾ ਦਾ ਅਕਸ ਨਜ਼ਰ ਆਉਂਦਾ? ਕਹਿੰਦਾ ਪਾਤਸ਼ਾਹ ਨਹੀਂ ਆਉਂਦਾ। ਕਹਿੰਦੇ ਪਾਣੀ ਵੀ ਉਹੋ ਹੀ ਹੈ, ਘੜਾ ਵੀ ਉਹੋ ਹੀ ਹੈ, ਤੇ ਤੈਨੂੰ ਕਿਸ ਘੜੇ 'ਚ ਚੰਦਰਮਾ ਦਾ ਅਕਸ ਨਜ਼ਰ ਆ ਰਿਹਾ? ਕਹਿੰਦਾ ਪਾਤਸ਼ਾਹ ਜੀ ਦਾ ਪਾਣੀ ਸਾਫ਼ ਹੈ। ਕਹਿੰਦੇ ਇਹੀ ਤੇਰੇ ਸਵਾਲ ਦਾ ਜਵਾਬ ਹੈ। ਜਿੰਨਾ ਚਿਰ ਤੁਹਾਡੇ ਤਨ ਦਾ ਭਾਂਡਾ ਵਿਕਾਰਾਂ ਦੀ ਗੰਦਗੀ ਦੇ ਨਾਲ, ਵਾਸ਼ਨਾਵਾਂ ਦੇ ਮਿੱਟੀ ਘੱਟੇ ਦੇ ਨਾਲ ਤੇ ਸੰਸਾਰਿਕ ਕੁਰੀਤੀਆਂ ਦੇ ਗੰਦਮੰਦ ਦੇ ਨਾਲ ਭਰਿਆ ਪਿਆ, ਉਹਨਾਂ ਚਿਰ ਉਹ ਨਜ਼ਰ ਨਹੀਂ ਆਵੇਗਾ। ਉਹਦੇ ਵਾਸਤੇ ਸਾਫ਼ ਜਲ ਦੀ ਲੋੜ ਹੈ। ਉਹਦੇ ਵਾਸਤੇ ਸਾਨੂੰ ਆਪਣੇ ਸਰੀਰ ਨੂੰ ਇਹਨਾਂ ਜਿਹੜੇ ਵਿਕਾਰ ਨੇ ਇਹਨਾਂ ਤੋਂ ਮੁਕਤ ਕਰਨ ਦੀ ਲੋੜ ਹੈ। ਬੜੀ ਛੋਟੀ ਜਿਹੀ ਉਦਾਹਰਨ ਹੈ, ਪਾਤਸ਼ਾਹ ਨੇ ਕਿੰਨੇ ਪਿਆਰ ਦੇ ਨਾਲ ਦੇ ਦਿੱਤੀ। ਮੈਂ ਤੇ ਸੋਚਦਾ ਕਿ ਮੀਰੀ ਤੇ ਪੀਰੀ ਦਾ ਸੰਕਲਪ ਜਦੋਂ ਲੋਕਾਂ ਨੂੰ ਸਮਝ ਨਹੀਂ ਸੀ ਨਾ ਆ ਰਿਹਾ, ਜਦੋਂ ਲੋਕਾਂ ਨੇ ਇੱਥੋਂ ਤੱਕ ਕਿ ਕੇਵਲ ਜੇ ਅਸੀਂ ਆਮ ਲੋਕਾਂ ਦੀ ਗੱਲ ਨਾ ਕਰੀਏ ਤੇ ਜਾਦੂਨਾਥ ਸਰਕਾਰ ਨੇ ਵੀ ਹਿਸਟਰੀ ਆਫ ਸਿੱਖਸ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਰੂਹਾਨੀਅਤ ਭਰੀ ਨਿਰਮਲਤਾ ਦਾ ਸੋਮਾ 6ਵੇਂ ਪਾਤਸ਼ਾਹ ਦੇ ਸਮੇਂ ਮੈਦਾਨੇ ਜੰਗ 'ਚ ਆ ਕੇ ਸੁੱਕ ਗਿਆ। ਤੇ ਕੁਦਰਤ ਨੇ ਜੇ ਇੱਕ ਸਕਾਲਰ ਇਵੇਂ ਦੀ ਗਲਤ ਬਿਆਨੀ ਕਰ ਸਕਦਾ ਹੈ ਤੇ ਆਮ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਵੀ ਇਵੇਂ ਦੇ ਸਵਾਲ ਪੈਦਾ ਹੋਏ ਹੋਣਗੇ। ਇੱਕ ਪੰਡਤ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ 'ਚ ਆਉਂਦਾ ਹੈ। ਉਹਦੇ ਮਨ ਦੇ ਵਿੱਚ ਸਵਾਲ ਪਤਾ ਕੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਾਂ ਕਿਰਪਾਨ ਦੀ ਗੱਲ ਹੀ ਨਹੀਂ ਕੀਤੀ, ਤੇਗ ਦੀ ਗੱਲ ਹੀ ਨਹੀਂ ਕੀਤੀ, ਤੇ 6ਵੇਂ ਪਾਤਸ਼ਾਹ 2 ਤਲਵਾਰਾਂ ਲੈ ਕੇ ਬੈਠੇ ਨੇ, ਅਕਾਲ ਬੁੰਗਾ ਬਣਾ ਕੇ ਬੈਠੇ ਨੇ। ਭਾਈ ਸੁਥਰਾ ਸ਼ਾਹ, ਜਿਨ੍ਹਾਂ ਨੂੰ ਸੁਥਰੇ ਸ਼ਾਹੀਏ ਵੀ ਕਿਹਾ ਜਾਂਦਾ, ਇਤਿਹਾਸ ਤੁਸੀਂ ਅਕਸਰ ਜ਼ਿਕਰ ਸੁਣਿਆ ਹੋਵੇਗਾ। ਇੱਕ ਉਰਦੂ ਦੀ ਕਿਤਾਬ ਹੈ ਤਹਿਕੀਕਾਤੇ ਸੁਥਰੇ ਸ਼ਾਹੀ, ਅਨਾਇਤ ਅਲੀ ਖਾਂ ਮਿਰਜ਼ਾ ਦੀ ਲਿਖੀ ਹੋਈ। ਉਹਨੇ ਸੁਥਰੇ ਸ਼ਾਹ ਦਾ ਜਨਮ ਬਾਰਾਮੂਲਾ ਦੇ ਨੇੜੇ ਬੁਰਹਾਨਪੁਰ ਪਿੰਡ ਨੂੰ ਮੰਨਿਆ। ਬਾਕੀ ਜ਼ਿਆਦਾ ਵਿਸਥਾਰ ਉਹਦੇ ਬਾਰੇ ਨਹੀਂ ਮਿਲਦਾ। ਸੁਥਰਾ ਸ਼ਾਹ ਜਿਹੜਾ ਹੈ, ਇਹਦੀਆਂ ਹਾਸ ਰਸ ਗੱਲਾਂ ਬੜੀਆਂ ਮਸ਼ਹੂਰ ਨੇ। ਇਹ ਬੜੇ ਵਿਅੰਗ ਦੇ ਵਿੱਚ, ਬੜੇ ਹਾਸ ਰਸ ਦੇ ਵਿੱਚ ਗੱਲ ਕਰਦਾ ਸੀ ਤੇ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹ ਜਿਉਂਦਾ ਰਿਹਾ ਔਰ ਹਰ ਗੱਲ ਇਹ ਮਜ਼ਾਕੀਆ ਲਹਿਜੇ 'ਚ ਕਰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਤੇ ਪਿੱਛੇ ਸੁਥਰਾ ਸ਼ਾਹ ਬੈਠਾ ਹੈ ਤੇ ਪੰਡਤ ਨਿਤਿਆਨੰਦ ਆ ਕੇ ਸਵਾਲ ਕਰਦਾ ਹੈ, ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਤੇ ਤਲਵਾਰ ਨਹੀਂ ਚੁੱਕੀ, ਤੁਸੀਂ ਤਲਵਾਰਾਂ ਕਿਉਂ ਚੁੱਕੀਆਂ ਨੇ? ਤੁਸੀਂ ਯੁੱਧ ਕਰਨੇ ਕਿਉਂ ਸ਼ੁਰੂ ਕੀਤੇ ਨੇ? ਤੁਸੀਂ ਘੋੜ ਸਵਾਰੀ ਜ਼ਰੂਰੀ ਕਿਉਂ ਕੀਤੀ ਹੈ? ਤੁਸੀਂ ਇਹ ਕਿਉਂ ਕਿਹਾ ਹੈ ਕਿ ਮੇਰੀ ਪਿਆਰੀ ਭੇਟਾ ਚੰਗੇ ਸ਼ਸਤਰ ਤੇ ਚੰਗੀ ਜਵਾਨੀ ਨੇ? ਪੰਡਤ 'ਚ ਇਹ ਗੱਲ ਕਰ ਰਿਹਾ ਹੈ ਤੇ ਸੁਥਰੇ ਸ਼ਾਹ ਨੇ ਪਿੱਛੋਂ ਆਪਣੇ 2 ਹੱਥ ਕਰਕੇ ਉਹਨੂੰ ਇੰਜ ਕਰ ਦਿੱਤਾ ਜਿਵੇਂ ਬੱਚੇ ਇੱਕ ਦੂਜੇ ਨੂੰ ਚੜਾਉਂਦੇ ਨੇ। ਪਾਤਸ਼ਾਹ ਚੁੱਪ ਨੇ। ਪੰਡਤ ਨੇ ਵੇਖਿਆ ਕਿ ਸਿੱਖ ਬੈਠਾ ਮੇਰਾ ਮਜ਼ਾਕ ਉਡਾ ਰਿਹਾ ਹੈ। ਜਦੋਂ ਉਹਨੇ ਫਿਰ ਸਵਾਲ ਕੀਤਾ, ਪਾਤਸ਼ਾਹ ਮੈਂ ਤੁਹਾਡੇ ਕੋਲ ਜਵਾਬ ਚਾਹੁੰਦਾ ਹੈ ਕਿ ਤੁਸੀਂ ਹਥਿਆਰ ਕਿਉਂ ਰੱਖੇ ਨੇ? ਤੇ ਸੁਥਰੇ ਸ਼ਾਹ ਨੇ ਆਪਣੀ ਜ਼ਬਾਨ ਕੱਢ ਦਿੱਤੀ ਉਹਦੇ ਵੱਲ। ਹੁਣ ਪੰਡਤ ਫਿਰ ਬੜਾ ਹੈਰਾਨ ਹੈ। ਤੀਜੀ ਵਾਰੀ ਫਿਰ ਪੁੱਛਦਾ ਹੈ, ਪਾਤਸ਼ਾਹ ਮੇਰੇ ਸਵਾਲ ਦਾ ਜਵਾਬ ਦਿਓ। ਤੇ ਸੁਥਰੇ ਸ਼ਾਹ ਨੇ ਫਿਰ ਜ਼ਬਾਨ ਕੱਢ ਕੇ ਨੱਕ ਚੜਾਉਣਾ ਸ਼ੁਰੂ ਕਰ ਦਿੱਤਾ। ਕਹਿੰਦਾ, ਪਾਤਸ਼ਾਹ ਜਵਾਬ ਤਾਂ ਮੈਂ ਬਾਅਦ 'ਚ ਮੰਗ ਲੂੰਗਾ, ਪਰ ਆ ਜਿਹੜਾ ਤੁਹਾਡਾ ਸਿੱਖ ਹੈ ਨਾ, ਇਹਨੂੰ ਸਮਝਾ ਲਓ, ਮੈਨੂੰ ਬਾਰ-ਬਾਰ ਚੜਾ ਰਿਹਾ, ਮੇਰਾ ਜੀ ਕਰਦਾ ਇਹਦੇ ਸਿਰ 'ਚ ਡੰਡਾ ਮਾਰਾਂ। ਪਾਤਸ਼ਾਹ ਕਹਿੰਦੇ ਇਹੀ ਤੇਰੇ ਸਵਾਲ ਦਾ ਜਵਾਬ ਹੈ।
ਤੈਨੂੰ ਤਾਂ ਥੋੜਾ ਜਿਹਾ ਚੜਾ ਦਿੱਤਾ ਤੇ ਤੂੰ ਡੰਡੇ ਦੇ ਨਾਲ ਉਹਦਾ ਸਿਰ ਭੰਨਣ ਨੂੰ ਤਿਆਰ ਹੋ ਬੈਠਾ ਹੈ। ਮੇਰਾ ਤਾਂ ਪਿਤਾ ਤੱਤੀ ਤਵੀ ਤੇ ਬੈਠਾ ਸੀ, ਕੀ ਮੈਂ ਸ਼ਸਤਰਧਾਰੀ ਨਹੀਂ ਸੀ ਹੋਣਾ? ਕਿੰਨੇ ਛੋਟੇ ਛੋਟੇ ਸੰਕੇਤ ਨੇ, ਕਿੰਨੀਆਂ ਛੋਟੀਆਂ ਛੋਟੀਆਂ ਗੱਲਾਂ ਨੇ, ਕਿਸ ਤਰ੍ਹਾਂ ਪਾਤਸ਼ਾਹ ਨੇ ਸਮਝਾ ਦਿੱਤਾ। ਤੇ ਉਹਦਾ ਕਾਰਨ ਕੀ ਸੀ ਕਿ ਜਿਹੜੇ ਗੁਰੂ ਦੇ ਸਿੱਖ ਸੀ ਉਹ ਗੁਰੂ ਦੇ ਹੁਕਮ 'ਚ ਚੱਲਦੇ ਸੀ, ਉਹ ਗੁਰੂ ਪਾਤਸ਼ਾਹ ਦੀ ਉਸ ਰਜ਼ਾ ਦੇ ਵਿੱਚ, ਉਸ ਧਰਮ ਦੀ ਦ੍ਰਿੜਤਾ ਦੇ ਵਿੱਚ ਤੇ ਸ਼ਬਦ ਦੇ ਨਾਲ ਜੁੜੇ ਹੋਏ ਸੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਤੇ ਅਕਸਰ ਸਾਡਾ ਸੁਭਾਅ ਪਤਾ ਕੀ ਹੈ ਕਿ ਹਰ ਬੰਦਾ ਗੁਰੂ ਦੀ ਗੋਦ ਦੇ ਵਿੱਚ ਆ ਕੇ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਚੰਗਾ। ਅਸੀਂ ਇਹੋ ਕਹਿਣਾ ਚਾਹੁੰਦੇ, ਇੱਥੋਂ ਤੱਕ ਕਿ ਜਿੱਦਣ ਅਸੀਂ ਲੰਗਰ ਕਰਾਇਆ ਹੋਵੇ ਉਦੋਂ ਅਸੀਂ ਕਹਿੰਦੇ ਕਿ ਸਾਡੇ ਵੱਲੋਂ ਕਰਾਇਆ ਲੰਗਰ ਚੰਗਾ ਹੈ, ਸਾਡੇ ਵੱਲੋਂ ਕਰਾਈ ਸੇਵਾ ਚੰਗੀ ਹੈ, ਸਾਡੇ ਵੱਲੋਂ ਦਿੱਤੀ ਭੇਟਾ ਚੰਗੀ ਹੈ, ਸਾਡੇ ਵੱਲੋਂ ਅਰਦਾਸ ਕਰਾਈ ਮਾਇਆ ਜ਼ਿਆਦਾ ਹੈ। ਇਹ ਮਾਨਸਿਕਤਾ ਹਮੇਸ਼ਾ ਹੀ ਹੁੰਦੀ ਹੈ। ਦਸਮ ਪਾਤਸ਼ਾਹ ਦਾ ਦਰਬਾਰ ਲੱਗਾ ਹੈ ਤੇ ਸਿੱਖ ਪਤਾ ਕੀ ਕਹਿ ਰਹੇ ਨੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਸਾਂਝੇ ਲੰਗਰ ਚੱਲਦੇ ਸੀ ਸਾਰੇ ਸਿੱਖਾਂ ਦੇ। ਕੋਈ ਸਿੱਖ ਕਹਿੰਦਾ ਹੈ ਪਾਤਸ਼ਾਹ ਮੇਰਾ ਲੰਗਰ ਬੜਾ ਵਧੀਆ, ਕੋਈ ਕਹਿੰਦਾ ਹੈ ਪਾਤਸ਼ਾਹ ਮੇਰਾ ਲੰਗਰ ਬਹੁਤ ਵਧੀਆ ਹੈ, ਕੋਈ ਕਹਿੰਦਾ ਮੇਰਾ ਲੰਗਰ ਬਹੁਤ ਵਧੀਆ ਹੈ। ਇੱਕ ਸਿੱਖ ਬਿਲਕੁਲ ਚੁੱਪ ਬੈਠਾ ਹੈ। ਕਲਗੀਧਰ ਪਾਤਸ਼ਾਹ ਸੋਚਦੇ ਨੇ ਕਿ ਆਪਣੇ ਮੂੰਹੋਂ ਤਾਂ ਹਰ ਇੱਕ ਹੀ ਕਹਿੰਦਾ ਹੈ ਕਿ ਮੇਰਾ ਵਧੀਆ ਹੈ, ਮੇਰਾ ਵਧੀਆ ਹੈ, ਕਿਉਂ ਨਾ ਕਿਸੇ ਦਿਨ ਲੰਗਰਾਂ ਦਾ ਮੁਆਇਨਾ ਕੀਤਾ ਜਾਵੇ। ਇੱਕ ਦਿਨ ਰਾਤ ਨੂੰ ਕਲਗੀਧਰ ਪਾਤਸ਼ਾਹ ਨੇ ਆਪਣੇ ਸ਼ਾਹੀ ਬਸਤਰ ਉਤਾਰੇ, ਬੜੇ ਸਧਾਰਨ ਜਿਹੇ ਕੱਪੜੇ ਪਹਿਨੇ ਤੇ ਇੱਕ ਚਾਦਰ ਲੈ ਕੇ ਆਪਣੇ ਸਾਰੇ ਚਿਹਰੇ ਨੂੰ ਢੱਕ ਲਿਆ ਤੇ ਪਹਿਲੇ ਲੰਗਰ ਦੇ ਵਿੱਚ ਅੱਧੀ ਰਾਤ ਨੂੰ ਜਾ ਖੜੇ ਹੋਏ। ਜਾ ਕੇ ਉਸ ਸਿੱਖ ਨੂੰ ਕਹਿੰਦੇ ਨੇ, ਉਹ ਸਿੱਖਾ ਮੈਂ ਬਹੁਤ ਦੂਰੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਵਾਸਤੇ ਆਇਆ, ਬੜਾ ਭੁੱਖਾ ਆਇਆ, ਮੈਨੂੰ ਲੰਗਰ ਛਕਾ। ਉਹ ਸਿੱਖ ਕਹਿੰਦਾ ਹੈ, ਉਹ ਸਿੱਖਾ ਬੜਾ ਲੇਟ ਹੋ ਚੁੱਕਾ, ਅੱਧੀ ਰਾਤ ਹੋ ਗਈ ਹੈ, ਹੁਣ ਤਾਂ ਲੰਗਰ ਖਤਮ ਹੋ ਗਿਆ। ਜਦੋਂ ਅਗਲੇ ਲੰਗਰ ਦੇ ਵਿੱਚ ਗਏ ਫਿਰ ਜਾ ਕੇ ਸਵਾਲ ਇਹੀ ਹੈ ਲੰਗਰ ਦੇ ਮੁਖੀ ਨੂੰ, ਉਹ ਸਿੱਖਾ ਮੈਂ ਬਹੁਤ ਦੂਰ ਤੋਂ ਆਇਆ ਤੇ ਭੁੱਖ ਬੜੀ ਲੱਗੀ ਹੈ, ਲੰਗਰ ਛਕਾ ਦੇ। ਉਹ ਕਹਿੰਦਾ ਗੁਰਸਿੱਖਾ ਰਾਤ ਦਾ ਲੰਗਰ ਤਾਂ ਖਤਮ ਹੋ ਚੁੱਕਾ ਹੈ, ਸਵੇਰ ਦਾ ਲੰਗਰ ਤਿਆਰ ਹੋਵੇਗਾ, ਅਰਦਾਸ ਕਰਕੇ ਫਿਰ ਤੈਨੂੰ ਛਕਾ ਦੇਵਾਂਗੇ। ਜਦੋਂ ਉਸ ਸਿੱਖ ਦੇ ਲੰਗਰ ਵਿੱਚ ਗਏ ਨਾ, ਜਿਹੜਾ ਬਿਲਕੁਲ ਚੁੱਪਚਾਪ ਸੀ, ਉਹਨੂੰ ਜਾ ਕੇ ਕਹਿੰਦੇ ਨੇ, ਉਹ ਸਿੱਖਾ ਮੈਂ ਬਹੁਤ ਦੂਰ ਤੋਂ ਆਇਆ, ਅਭਿਆਗਤ ਹਾਂ, ਭੁੱਖ ਲੱਗੀ ਹੈ, ਲੰਗਰ ਛਕਾ ਦੇ। ਤੇ ਉਹ ਸਿੱਖ ਕਹਿੰਦਾ ਉਹ ਗੁਰਸਿੱਖਾ ਜੇ ਤੂੰ ਦੂਰੋਂ ਚੱਲ ਕੇ ਆਇਆ ਤੇ ਆ ਪਹਿਲਾਂ ਮੈਂ ਸਭ ਤੋਂ ਪਹਿਲਾਂ ਤੇਰੇ ਗਰਮ ਪਾਣੀ ਦੇ ਨਾਲ ਚਰਨ ਧੋਵਾਂ, ਫਿਰ ਮੈਂ ਤੇਰੇ ਗਰਮ ਪਾਣੀ ਦੇ ਨਾਲ ਹੱਥ ਧੋਵਾਂ ਤੇ ਫਿਰ ਉਹ ਬੜਾ ਸੋਹਣਾ ਲੰਗਰ ਪਰੋਸ ਕੇ ਲਿਆ ਕੇ ਅੱਗੇ ਰੱਖਦਾ ਹੈ। ਤੇ ਨਾਲ ਪਤਾ ਕੀ ਕਹਿੰਦਾ ਹੈ, ਕਹਿੰਦਾ ਗੁਰਸਿੱਖਾ ਮੈਨੂੰ ਤੇਰੀ ਆਮਦ ਦੀ ਜਾਣਕਾਰੀ ਨਹੀਂ ਸੀ, ਮੈਨੂੰ ਇਹ ਵੀ ਨਹੀਂ ਪਤਾ ਜਿਹੜਾ ਮੈਂ ਲੰਗਰ ਤਿਆਰ ਕੀਤਾ ਹੈ ਉਹ ਤੈਨੂੰ ਪਸੰਦ ਆਵੇ ਜਾਂ ਨਾ ਆਵੇ, ਪਰ ਮੈਂ ਤੈਨੂੰ ਗੁਰੂ ਦਾ ਰੂਪ ਜਾਣ ਕੇ ਪੂਰੀ ਸ਼ਰਧਾ ਦੇ ਨਾਲ ਲੰਗਰ ਤਿਆਰ ਕੀਤਾ ਹੈ, ਜਿਵੇਂ ਦਾ ਵੀ ਹੋਵੇ ਇਹਨੂੰ ਸਵੀਕਾਰ ਕਰੀ। ਤੇ ਜਦੋਂ ਕਲਗੀਧਰ ਪਾਤਸ਼ਾਹ ਦੇ ਅੱਗੇ ਰੱਖੀ ਥਾਲੀ ਤੇ ਪਾਤਸ਼ਾਹ ਨੇ ਚਿਹਰੇ ਤੋਂ ਚਾਦਰ ਚੁੱਕ ਲਈ ਤੇ ਉਸ ਸਿੱਖ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਉਹ ਸਿੱਖ ਸੀ ਭਾਈ ਨੰਦ ਲਾਲ ਜੀ। ਪਾਤਸ਼ਾਹ ਨੇ ਬਗਲਗੀਰ ਕੀਤਾ, ਜੱਫੀ ਦੇ ਵਿੱਚ ਲੈ ਲਿਆ, ਲੰਗਰ ਤਾਂ ਨਹੀਂ ਸੀ ਛਕਣਾ, ਪਿਆਰ ਕਰਕੇ ਚਲੇ ਗਏ। ਜਦੋਂ ਉਹ ਜਾ ਰਹੇ ਨੇ, ਨੰਦ ਲਾਲ ਸ਼ਾਇਰ ਸੀ, ਨੰਦ ਲਾਲ ਆਪਣੀ ਜ਼ੁਬਾਨ 'ਚ ਇੱਕ ਸ਼ਬਦ ਕਹਿੰਦਾ, ਕੁਝ ਹੋਰ ਸਿੱਖ ਵੀ ਅਲਾਗੇ ਇਕੱਠੇ ਹੋ ਗਏ। ਨੰਦ ਲਾਲ ਆਪਣੀ ਜ਼ੁਬਾਨ 'ਚ ਇੱਕ ਸ਼ਬਦ ਕਹਿੰਦਾ ਰੋਜ਼ਾ ਏ ਬਾਗੇ ਇਰਮ ਕੁਰਬਾਂ ਕੁਨਮ, ਮੇਰਾ ਜੀ ਕਰਦਾ ਹੈ ਅੱਜ ਮੈਂ ਸਵਰਗ ਦਾ ਬਾਗ ਕੁਰਬਾਨ ਕਰ ਦੇਵਾਂ। ਰੋਜ਼ਾ ਬਾਗ ਨੂੰ ਕਹਿੰਦੇ ਨੇ, ਇਰਮ ਸਵਰਗ ਨੂੰ ਕਹਿੰਦੇ ਨੇ। ਰੋਜ਼ਾ ਹੈ ਬਾਗੇ ਇਰਮ ਕੁਰਬਾਂ ਕੁਨਮ, ਮੇਰਾ ਜੀ ਕਰਦਾ ਹੈ ਅੱਜ ਮੈਂ ਸਵਰਗ ਦਾ ਬਾਗ ਕੁਰਬਾਨ ਕਰ ਦੇਵਾਂ। ਤੇ ਸਿੱਖ ਪੁੱਛਦਾ ਹੈ ਕਾਹਦੇ ਤੋਂ? ਕਹਿੰਦਾ ਬਸ ਕਿ ਮਾਰਾਏ ਕੂਏ ਆਜ਼ਜ਼ ਲਜ਼ੀਜ਼, ਜਿਸ ਗਲੀ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਚਰਨ ਪੈ ਗਏ ਨੇ ਨਾ, ਜਿੱਥੋਂ ਦੀ ਉਹ ਚੱਲ ਕੇ ਆਏ ਨੇ, ਮੇਰਾ ਜੀ ਕਰਦਾ ਹੈ ਕਿ ਮੈਂ ਇਸ ਗਲੀ ਦੇ ਉੱਪਰੋਂ ਸਵਰਗ ਦਾ ਬਾਗ ਕੁਰਬਾਨ ਕਰ ਦੇਵਾਂ। ਸਿੱਖਾਂ ਦਾ ਆਪਸ 'ਚ ਪਿਆਰ ਵੀ ਹੋਵੇਗਾ। ਇੱਕ ਸਿੱਖ ਬੜੇ ਮਜ਼ਾਕੀਆ ਲਹਿਜੇ 'ਚ ਕਹਿੰਦਾ, ਨੰਦ ਲਾਲ ਤੂੰ ਕਲਗੀਧਰ ਪਾਤਸ਼ਾਹ ਦੀਆਂ ਪੈੜਾਂ ਦੇ ਉੱਪਰ ਸਵਰਗ ਦੇ ਬਾਗ ਨੂੰ ਕੁਰਬਾਨ ਕਰਨ ਦੀ ਗੱਲ ਤੇ ਕਰਦਾ ਹੈ, ਪਰ ਤੈਨੂੰ ਇਹ ਪਤਾ ਹੈ ਨਾ ਕਿ ਸਵਰਗ ਨੂੰ ਕੁਰਬਾਨ ਕਰਨ ਲਈ ਮਰਨਾ ਪੈਣਾ,
ਫਿਰ ਮਰਦਾ ਕਿਉਂ ਨਹੀਂ? ਤੇ ਕਹਿੰਦਾ ਜ਼ਿੰਦਾ ਮੈਂ ਗਰਦਮ ਜੇ ਬੂਏ ਮੁਕੱਦਮਸ਼ ਬਸ ਕੇ ਮਾਰਾ ਏ ਬੂਏ ਆਜਜ ਲਜ਼ੀਜ਼। ਕਹਿੰਦਾ ਮਰਨ ਨੂੰ ਤੇ ਜੀ ਕਰਦਾ ਹੈ, ਪਰ ਜਿਹੜੇ ਕਲਗੀਧਰ ਪਾਤਸ਼ਾਹ ਦੇ ਪੈਰਾਂ ਦੀ ਸੁਗੰਧ ਇੱਥੇ ਆ ਗਈ ਹੈ ਨਾ, ਉਹਨੇ ਮੈਨੂੰ ਦੁਬਾਰਾ ਜੀਵਨ ਦੇ ਦਿੱਤਾ, ਹੁਣ ਪ੍ਰਾਣ ਵੀ ਨਹੀਂ ਨਿਕਲਦੇ। ਜ਼ਿੰਦਾ ਮੈਂ ਗਰਦਮ ਜੇ ਬੂਏ ਮੁਕੱਦਮਸ਼ ਬਸ ਕੇ ਮਾਰਾ ਏ ਬੂਏ ਆਜਜ ਲਜ਼ੀਜ਼। ਇਹ ਹੈ ਸਿੱਖ ਔਰ ਗੁਰੂ ਦਾ ਪਿਆਰ। ਤੇ ਸੱਚ ਜਾਣਿਓ, ਸਿੱਖਾਂ ਨੇ ਵੀ ਇਸ ਗੁਰੂ ਦੇ ਪਿਆਰ ਨੂੰ ਕਿੰਨੀ ਦ੍ਰਿੜਤਾ ਦੇ ਨਾਲ ਆਪਣੇ ਜੀਵਨ ਦੇ ਵਿੱਚ ਨਿਭਾਇਆ। ਇਹਦੀਆਂ ਵੀ ਅਨੇਕਾਂ ਮਿਸਾਲਾਂ ਨੇ। ਅੱਜ ਜਦੋਂ ਅਸੀਂ ਆਪਣੀ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਲੀਡਰਸ਼ਿਪ ਦੇ ਵਿੱਚ ਘਾਟਾਂ ਇਸ ਕਰਕੇ ਨਜ਼ਰ ਆਉਂਦੀਆਂ ਨੇ ਕਿ ਇਸ ਲੀਡਰਸ਼ਿਪ ਦੇ ਸਾਹਮਣੇ ਜਿਸ ਫਰੇਮ 'ਚ ਅਸੀਂ ਸਿੱਖ ਲੀਡਰਸ਼ਿਪ ਨੂੰ ਵੇਖਦੇ ਹਾਂ ਨਾ, ਉਹ ਸਾਡੀ 18ਵੀਂ ਸਦੀ ਦੀ ਲੀਡਰਸ਼ਿਪ ਹੈ। ਉਹ ਲੀਡਰਸ਼ਿਪ ਕਿਵੇਂ ਦੀ ਹੈ? ਜਿਸ ਵੇਲੇ ਵੱਡਾ ਘੱਲੂਘਾਰਾ ਹੋਇਆ, ਡਾਕਟਰ ਹਰੀ ਰਾਮ ਗੁਪਤਾ ਇੱਕ ਗੱਲ ਬੜੀ ਸੁੰਦਰ ਬਿਆਨ ਕਰਦੇ ਨੇ। ਕਹਿੰਦੇ ਨੇ ਕਿ ਜਿੰਨੇ ਵੀ ਸਿੱਖਾਂ ਦੇ ਜਰਨੈਲ ਲੜ ਰਹੇ ਸੀ, ਕੋਈ ਇੱਕ ਵੀ ਜਰਨੈਲ ਐਵੇਂ ਦਾ ਨਹੀਂ ਸੀ ਜਿਹਦੇ ਜਿਸਮ ਦੇ ਉੱਪਰ 18 ਤੋਂ ਘੱਟ ਕਿਰਪਾਨ ਦੇ ਫੱਟ ਹੋਣ। ਸਾਰੇ ਜ਼ਖਮੀ। ਤੇ ਖਿਆਲ ਕਰਿਓ, ਸ਼ਾਮ ਤੱਕ 50,000 ਸਿੱਖ ਦੀ ਲਾਸ਼ ਮੈਦਾਨ ਦੇ ਵਿੱਚ ਪਈ ਸੀ। 6 ਤੋਂ ਲੈ ਕੇ 9 ਕੋਹ ਤੱਕ ਸਿੱਖਾਂ ਨੂੰ ਲੜਦਿਆਂ ਤੁਰਨਾ ਪਿਆ ਹੈ। ਹਰੀ ਰਾਮ ਗੁਪਤਾ ਨੇ ਹਿਸਟਰੀ ਆਫ ਦਾ ਸਿੱਖ ਦੇ ਵਿੱਚ ਇਹ ਲੜਾਈ ਨੂੰ ਪਤਾ ਕੀ ਲਿਖਿਆ? ਸਿੱਖਸ ਵਰ ਫਾਈਟਿੰਗ ਐਂਡ ਵਾਕਿੰਗ, ਵਾਕਿੰਗ ਐਂਡ ਫਾਈਟਿੰਗ। ਉਹ ਤੁਰ ਰਹੇ ਸੀ ਤੇ ਲੜ ਰਹੇ ਸੀ, ਲੜ ਰਹੇ ਸੀ ਤੇ ਤੁਰ ਰਹੇ ਸੀ। ਕਾਹਦੇ ਕਰਕੇ? ਤੁਰਨਾ ਇਸ ਕਰਕੇ ਪੈ ਰਿਹਾ ਸੀ, ਸਫ਼ਰ ਕਰਨਾ ਹੈ। ਲੜਨਾ ਇਸ ਕਰਕੇ ਪੈ ਰਿਹਾ ਸੀ, ਦੁਸ਼ਮਣ ਦਾ ਹਮਲਾ ਹੈ। ਤੇ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਸਿੱਖਾਂ ਨੇ ਆਪਣੇ ਬੱਚੇ, ਬੀਬੀਆਂ ਤੇ ਬਜ਼ੁਰਗ ਇਸ ਤਰ੍ਹਾਂ ਵਿਚਕਾਰ ਕੀਤੇ ਸੀ ਜਿਸ ਤਰ੍ਹਾਂ ਦੇ ਨਾਲ ਕੁਕੜੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਲੈ ਕੇ ਚੱਲਦੀ ਹੈ। ਇਹ ਗਿਆਨੀ ਗਿਆਨ ਸਿੰਘ ਲਿਖਦੇ ਨੇ। ਕਹਿੰਦੇ ਇੱਕ ਸਿੱਖ ਨੇ ਸਲਾਹ ਦਿੱਤੀ ਕਿ ਇੰਨੇ ਵੱਡੇ ਵਹੀਰ ਦੀ ਰਾਖੀ ਦੇ ਨਾਲੋਂ ਜੇਕਰ ਅਸੀਂ ਆਪੋ ਆਪਣੀ ਮਿਸਲ, ਆਪੋ ਆਪਣੀ ਵਹੀਰ ਦੀ ਰਾਖੀ ਕਰੇ ਤਾਂ ਕਹਿੰਦੇ ਉਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਇੱਕ ਆਵਾਜ਼ ਆਈ, ਮਿਸਲ ਵੰਡ ਅਬ ਕਭੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਓ। ਹੁਣ ਪੰਥ ਦੇ ਉੱਪਰ ਬੜਾ ਵੱਡਾ ਹਮਲਾ ਹੋ ਗਿਆ ਜੇ, ਹੁਣ ਆਪਸੀ ਵਖਰੇਵੇਂ ਛੱਡ ਦਿਓ। ਇਹੀ ਘਾਟ ਹੈ ਸਾਡੀ ਅੱਜ ਦੀ ਲੀਡਰਸ਼ਿਪ ਦੇ ਵਿੱਚ। ਉਦੋਂ ਜਦੋਂ ਸਿੱਖ ਦੇ ਉੱਪਰ ਕੋਈ ਵੱਡੀ ਆਫਤ ਆਉਂਦੀ ਸੀ, ਸਿੱਖ ਆਪਣੇ ਮਤਭੇਦ ਭੁਲਾ ਕੇ ਇਕੱਠਾ ਹੁੰਦਾ ਸੀ। ਅੱਜ ਪੰਥ ਜਿਹੜਾ ਹੈ ਉਹ ਹਰ ਇੱਕ ਮੁੱਦੇ ਦੇ ਉੱਪਰ ਵੱਖਰੀ ਵੱਖਰਾ ਆਪਣਾ ਧੜਾ ਬਣਾਈ ਬੈਠਾ ਹੈ। ਇੱਕ ਤਾਂ ਇਹ ਹੈ। ਦੂਜੀ ਗੱਲ ਹੈ ਕਿ ਸਿੱਖ ਲੀਡਰਸ਼ਿਪ ਆਪਣਾ ਕਰਤੱਵ, ਆਪਣਾ ਰੋਲ ਕਿਵੇਂ ਨਿਭਾਉਂਦੀ ਸੀ, ਇਹ ਬੜੀ ਵਿਲੱਖਣ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਸੇ ਘੱਲੂਘਾਰੇ ਦੇ ਦੌਰਾਨ ਇੱਕ ਘੇਰੇ ਦੇ ਵਿੱਚ ਘਿਰ ਗਿਆ। ਆਲੇ ਦੁਆਲੇ ਉਹਦੇ ਦੁਸ਼ਮਣਾਂ ਨੇ ਘੇਰਾ ਪਾ ਲਿਆ। ਇਤਿਹਾਸ ਦੇ ਵਿੱਚ ਇਸ ਦੇ ਅੰਗ ਰੱਖਿਅਕ ਦਾ, ਅੰਗਪਾਲ ਦਾ, ਬਾਡੀਗਾਰਡ ਦਾ ਨਾਮ ਆਉਂਦਾ ਹੈ ਸਰਦਾਰ ਗੁਰਮੁਖ ਸਿੰਘ। ਸਰਦਾਰ ਗੁਰਮੁਖ ਸਿੰਘ ਨੇ ਸੋਚਿਆ ਜੱਸਾ ਸਿੰਘ ਆਹਲੂਵਾਲੀਆ ਕੌਮ ਦਾ ਲੀਡਰ ਹੈ, ਜੇਕਰ ਘੱਲੂਘਾਰੇ ਦੇ ਵਿੱਚ ਇਹਦੀ ਮੌਤ ਹੋ ਗਈ ਤਾਂ ਇਸ ਪੱਧਰ ਦਾ ਦੂਸਰਾ ਲੀਡਰ ਚੁਣਨਾ ਬੜਾ ਔਖਾ ਹੈ। ਉਸਨੇ ਸੋਚਿਆ ਕਿ ਜੇਕਰ ਇਹਦੇ ਘੋੜੇ ਨੂੰ ਦੁਸ਼ਮਣਾਂ ਦੇ ਘੇਰੇ ਚੋਂ ਬਾਹਰ ਨਾ ਕੱਢਿਆ ਗਿਆ ਤਾਂ ਕੌਮ ਦੇ ਸੁਲਤਾਨੁਲ ਕੌਮ ਜੱਸਾ ਸਿੰਘ ਦੀ ਮੌਤ ਹੋ ਜਾਣੀ ਹੈ। ਉਹਨੇ ਇੱਕ ਸੋਟੀ ਘੋੜੇ ਨੂੰ ਮਾਰਨੀ ਚਾਹੀ, ਘੋੜੀ ਦੇ ਮਾਰਨ ਦੇ ਵਾਸਤੇ ਸੋਟੀ ਉੱਪਰ ਚਾਹੀ ਤੇ ਜੱਸਾ ਸਿੰਘ ਨੇ ਐਵੇਂ ਹੱਥ ਕਰ ਦਿੱਤਾ। ਕਹਿੰਦਾ ਗੁਰਮੁਖ ਸਿਆਂ ਵੇਖੀ ਮੇਰੇ ਘੋੜੇ ਨੂੰ ਸੋਟੀ ਨਾ ਮਾਰੇ। ਕਹਿੰਦਾ ਕਿਉਂ? ਕਹਿੰਦਾ ਤੂੰ ਮੇਰੇ ਘੋੜੇ ਨੂੰ ਸੋਟੀ ਇਸ ਕਰਕੇ ਮਾਰ ਲੱਗਾ ਕਿ ਮੈਂ ਇਸ ਘੇਰੇ ਚੋਂ ਨਿਕਲ ਕੇ ਆਪਣੀ ਜਾਨ ਬਚਾ ਲਵਾਂ, ਪਰ ਕੱਲ ਦੀ ਸੋਚ ਸਿੰਘ ਸੁਨੇ ਹਮ ਕੋ ਕਰੇ ਠੱਠਾ। ਠੱਠਾ ਕਹਿੰਦੇ ਨੇ ਮਖੌਲ ਨੂੰ, ਪੰਥ ਪ੍ਰਕਾਸ਼ ਦੇ ਸ਼ਬਦ ਨੇ। ਕੱਲ ਨੂੰ ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਘੋੜਾ ਕੁਦਾਏ ਜੱਸਾ ਸਿੰਘ ਨੱਠਾ, ਕਿ ਜੱਸਾ ਸਿੰਘ ਮੌਤ ਤੋਂ ਡਰਦਾ, ਕੌਮ ਦਾ ਸੁਲਤਾਨੁਲ ਕੌਮ, ਕੌਮ ਦਾ ਜਥੇਦਾਰ। ਅੱਜ ਤੇ ਆਪਣੇ ਜਥੇਦਾਰ ਵੇਖਿਓ, 18ਵੀਂ ਸਦੀ ਦੇ ਜਥੇਦਾਰ ਵੇਖਿਓ। ਕਹਿੰਦਾ ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ। ਜਦੋਂ ਪੰਥ ਨੂੰ ਪਤਾ ਲੱਗਾ ਕਿ ਜੱਸਾ ਸਿੰਘ ਆਪਣੀ ਜਾਨ ਬਚਾਉਣ ਲਈ ਘੋੜਾ ਕੁਦਾ ਕੇ ਦੁਸ਼ਮਣ ਦੇ ਘੇਰੇ ਚੋਂ ਬਾਹਰ ਆ ਗਿਆ ਸੀ, ਕਹਿੰਦਾ ਕਰੇ ਸਿੰਘ ਮਸਖਰੀ ਆਨ, ਕਿਆ ਮੁਖ ਲਾਏ ਬੈਠੇ ਦੀਵਾਨ। ਮੈਂ ਪੰਥ ਨੂੰ ਸੰਬੋਧਿਤ ਕਿਵੇਂ ਕਰੂੰਗਾ, ਮੈਂ ਪੰਥ ਦੇ ਸਾਹਮਣੇ ਚਿਹਰਾ ਲੈ ਕੇ ਕਿਵੇਂ ਜਾਊਂਗਾ ਜਦੋਂ ਇੱਕ ਪੰਥ 'ਚ ਬੈਠਾ ਸਿੱਖ ਮੈਨੂੰ ਕਹੇਗਾ ਉਹ ਸੁਲਤਾਨੁਲ ਕੌਮ ਅਖਵਾਉਣ ਵਾਲਿਆ
ਤੂੰ ਤਾਂ ਆਪਣੀ ਜਾਨ ਨੂੰ ਬਚਾਉਣ ਦੇ ਵਾਸਤੇ ਦੁਸ਼ਮਣ ਦੇ ਕੋਲੋਂ ਘੋੜਾ ਨਿਠਾ ਕੇ ਆ ਗਿਆ ਸੀ। ਪੰਥ ਹਮਕੋ ਪਾਤਸ਼ਾਹ ਬਣਾਇਓ, ਕਹਿੰਦਾ ਪੰਥ ਨੇ ਮੈਨੂੰ ਪਾਤਸ਼ਾਹ ਬਣਾਇਆ। ਤੁਮ ਚਾਹਤ ਗੀਦੀ ਅਖਵਾਇਓ, ਤੂੰ ਚਾਹੁੰਦਾ ਮੈਂ ਆਪਣੇ ਆਪ ਦੇ ਉੱਪਰ ਗਿੱਦੜ ਖਵਾਉਣ ਦਾ ਲੇਬਲ ਲਵਾ ਲਵਾਂ। ਇਹ ਕਿਵੇਂ ਹੋ ਸਕਦਾ ਹੈ? ਇਹ ਮੇਰੀ ਜ਼ਿੰਮੇਵਾਰੀ ਹੈ ਕਿ ਜਿੰਨਾ ਚਿਰ ਵਹੀਰ ਦੀ ਰੱਖਿਆ ਨਹੀਂ ਹੁੰਦੀ, ਜਾਂ ਮੈਂ ਰੱਖਿਆ ਕਰੂੰਗਾ ਜਾਂ ਮੈਂ ਮਰੂੰਗਾ। ਇਹ ਕੌਮ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੀ। ਇਹ ਸਾਡੇ ਕੌਮ ਦੇ ਉਹਨਾਂ ਜਥੇਦਾਰਾਂ ਦੇ ਕਿਰਦਾਰ ਸੀ। 40,000 ਸਿੱਖ ਦੀ ਲਾਸ਼, ਕੁਝ ਇਤਿਹਾਸਕਾਰ 50,000 ਵੀ ਲਿਖਦੇ ਨੇ, ਕੁਝ ਨੇ 80,000 ਵੀ ਲਿਖੀ ਹੈ। ਹੁਣ ਖਿਆਲ ਕਰਿਓ, ਬੱਚੇ, ਬੀਬੀਆਂ, ਬਜ਼ੁਰਗ, ਸਿੰਘ, ਨੌਜਵਾਨ 40,000 ਦੀ ਗਿਣਤੀ 'ਚ, 50,000 ਦੀ ਗਿਣਤੀ 'ਚ ਲਾਸ਼ਾਂ ਪਈਆਂ ਨੇ, ਤੇ ਕੌਮ ਦਾ ਜਥੇਦਾਰ ਉਹਨਾਂ ਲਾਸ਼ਾਂ ਦੇ ਢੇਰ ਦੇ ਕੋਲ ਖਲੋ ਕੇ ਸ਼ਾਮ ਨੂੰ ਰਹਿਰਾਸ ਕਰਕੇ ਅਰਦਾਸ ਪਤਾ ਕੀ ਕਰ ਰਿਹਾ ਹੈ? ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਏ। ਖਾਲਸਾ ਜੀ, ਜਿੰਨੇ ਕੁ ਕੱਚੇ ਸੀ ਉਹ ਝੜ ਗਏ ਆ, ਤੁਸੀਂ ਕੰਚਨ ਵਰਗੇ ਨਰੋਲ ਰਹਿ ਗਏ ਹੋ। ਹੁਣ ਸਵੇਰ ਵਾਸਤੇ ਫਿਰ ਮੈਦਾਨੇ ਜੰਗ ਦੀ ਤਿਆਰੀ ਕਰੋ, ਅਸੀਂ ਸਵੇਰੇ ਫਿਰ ਲੜਨਾ ਹੈ। ਇਹ ਕੌਮ ਦੇ ਜਥੇਦਾਰਾਂ ਦੇ ਇਖਲਾਕ ਸੀ, ਇਹ ਕੌਮ ਦੇ ਜਥੇਦਾਰਾਂ ਦਾ ਕਰੈਕਟਰ ਸੀ। ਉਹ ਕਾਹਦੇ ਕਰਕੇ ਸੀ? ਕਿਉਂਕਿ ਅਸੀਂ ਇਸ ਸ਼ਬਦ ਦੇ ਨਾਲ ਜੁੜੇ ਹੋਏ ਸੀ, ਅਸੀਂ ਸ਼ਬਦ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਸੀ। ਕਿਉਂਕਿ ਜਿਹੜੀ ਸਾਡੀ ਖੇਡ ਹੈ ਨਾ, ਉਹ ਵੱਖਰੀ ਹੈ। ਦੁਨੀਆ ਦੇ ਧਰਮਾਂ ਦੇ ਵਿੱਚ ਮਨੁੱਖ ਜਨਮ ਲੈਂਦਾ ਹੈ, ਤੇ ਜਨਮ ਲੈਣ ਤੋਂ ਬਾਅਦ ਮਨੁੱਖ ਜਿਹੜਾ ਹੈ ਉਹ ਗੁਰੂ ਧਾਰਨ ਕਰਦਾ ਹੈ। ਤੇ ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ ਨੇ, ਸਿੱਖਾ ਤੇਰੀ ਖੇਡ ਵੱਖਰੀ ਹੈ। ਇੱਥੇ ਜੇਕਰ ਤੂੰ ਮੁਰੀਦ ਹੋਣਾ ਹੈ ਤੇ ਪਹਿਲੀ ਸ਼ਰਤੀ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਅਸੀਂ ਗੱਲਾਂ ਨਾ ਹੋਣਾ ਚਾਹੁੰਦੇ ਸਿੱਖ। ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ। ਮੈਂ ਗੱਲਾਂ ਕਰਕੇ ਚਲੇ ਜਾਣਾ, ਤੁਸੀਂ ਗੱਲਾਂ ਸੁਣ ਕੇ ਚਲੇ ਜਾਣਾ। ਤੇ ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ ਨੇ, ਫਿਰ ਕਹਿੰਦੇ ਮੰਜ਼ਿਲ ਤੇ ਪਹੁੰਚ ਜਾਈਏ। ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਚਾਹੀਏ। ਸਾਡੀ ਹਾਲਾਤ ਪਤਾ ਕਿਵੇਂ ਦੀ ਬਣੀ ਪਈ ਹੈ? ਪੂਛਤ ਹੈ ਵੈਦ ਖਾਤ ਔਸ਼ਧ ਨਾ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜਾ ਸਮਾਈਏ। ਡਾਕਟਰ ਕੋ ਵੀ ਜਾਈਏ, ਦਵਾਈ ਵੀ ਲੈ ਲਈਏ, ਘਰ ਆ ਕੇ ਦਵਾਈ ਅੰਗੀਠੀ ਤੇ ਰੱਖ ਲਈਏ, ਪਰਹੇਜ ਕਰੀਏ ਨਾ, ਤੇ ਫਿਰ ਕਰੀਏ ਰੋਗ ਠੀਕ ਹੋ ਜਾਵੇ। ਪੂਛਤ ਸੁਹਾਗਣ ਹੈ ਕਰਮ ਦਿਹਾਗਣ ਕੇ, ਰਿੱਧੇ ਵੀ ਵਿਚਾਰ ਕਤ ਸੇਜਾ ਸਜਾਈਏ। ਗਾਵੇ ਸੁਣੇ ਆਖੇ ਵਿੱਚ ਪਾਈਏ ਨਾ, ਪਰਮ ਪਦ ਗੁਰ ਉਪਦੇਸ਼ ਚ ਰਿੱਧੇ ਨਾ ਵਸਾਈਏ। ਕੇਵਲ ਗੱਲਾਂ ਸੁਣਨ ਦੇ ਨਾਲ ਮੇਰੀਆਂ ਕੋਈ ਅਸਰ ਨਹੀਂ ਹੋਣਾ, ਜਿੰਨਾ ਚਿਰ ਖੁਦ ਸ਼ਬਦ ਦੇ ਨਾਲ ਨਹੀਂ ਜੁੜਾਂਗੇ। ਤੇ ਸੱਚ ਜਾਣਿਓ, ਭਾਈ ਸਾਹਿਬ, ਭਾਈ ਗੁਰਦਾਸ ਨੇ ਮੋਹਰ ਲਾ ਦਿੱਤੀ ਹੈ ਕਿ ਇਸ ਸ਼ਬਦ ਦੇ ਨਾਲ ਜੇ ਜੁੜਨਾ ਹੈ ਤਾਂ ਜ਼ਿੰਦਗੀ ਦਾ ਇੱਕ ਅਸੂਲ ਰੱਖੀ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ। ਔਰ ਉਹ ਜਿਹੜੀ ਤੇਰੀ ਦ੍ਰਿੜਤਾ ਹੈ, ਉਹ ਜਿਹੜੀ ਤੇਰੀ ਸ਼ਹਾਦਤ ਦਾ ਪੈਰਾਮੀਟਰ ਹੈ, ਉਹ ਇੰਨਾ ਉੱਚਾ ਹੈ। ਅਹਿਮਦ ਸ਼ਾਹ ਅਬਦਾਲੀ। ਵਕਤ ਵੀਰ ਜੀ ਸਮਾਪਤ ਹੋਏ ਤਾਂ ਮੈਨੂੰ ਦੱਸ ਦਿਓ, ਵੈਸੇ ਤਾਂ 8:30 ਹੋ ਗਏ ਆ, ਮੈਂ 5 ਮਿੰਟਾਂ 'ਚ ਸਮਾਪਤੀ ਕਰ ਦੂੰਗਾ ਆਖਰੀ ਪ੍ਰਮਾਣ ਦੇ ਕੇ। ਭਾਈ ਸਾਹਿਬ, ਭਾਈ ਗੁਰਦਾਸ ਦੀ ਵਾਰ ਕਹਿੰਦੇ ਦ੍ਰਿੜਤਾ ਕਿੰਨੀ ਚਾਹੀਦੀ ਹੈ। ਅਹਿਮਦ ਸ਼ਾਹ ਅਬਦਾਲੀ ਆਪਣੇ ਇੱਕ ਜਰਨੈਲ ਵਲੀ ਖਾਨ ਨੂੰ ਕਹਿੰਦਾ ਵਲੀ ਖਾਨ, ਮੈਨੂੰ ਐਵੇਂ ਦੀ ਤੋਪ ਬਣਵਾ ਕੇ ਦੇ ਜਿਵੇਂ ਦੀ ਤੋਪ ਦੁਨੀਆ ਦੇ ਵਿੱਚ ਕਿਸੇ ਜਰਨੈਲ ਦੇ ਕੋਲ ਨਾ ਹੋਵੇ। ਵਲੀ ਖਾਨ ਨੇ ਲਾਹੌਰ ਦੇ ਸਾਰੇ ਕਾਰੀਗਰ ਬੁਲਾ ਲਏ ਤੋਪ ਬਣਾਉਣ ਦੇ ਵਾਸਤੇ। ਇੱਕ ਸ਼ਾਹ ਨਜ਼ੀਰ ਨਾਂ ਦਾ ਕਾਰੀਗਰ ਸੀ, ਉਸਨੇ ਕਿਹਾ ਮੈਂ ਤੈਨੂੰ 7 ਧਾਤਾਂ ਦੀ ਤੋਪ ਤਿਆਰ ਕਰਕੇ ਦਊਂਗਾ, ਪਰ ਉਹਦੇ ਵਾਸਤੇ ਮੇਰੀ ਇੱਕ ਸ਼ਰਤ ਹੈ ਕਿ ਲਾਹੌਰ ਦੇ ਨੇੜੇ ਦੇ ਜਿੰਨੇ ਵੀ ਪਿੰਡ ਨੇ, ਜਿਹਦੇ ਘਰ ਦੇ ਵਿੱਚ ਜਿਹੜੀ ਵੀ ਧਾਤ ਦਾ ਬਰਤਨ ਪਿਆ, ਉਹ ਸਾਰਾ ਮੈਨੂੰ ਇਕੱਠਾ ਕਰ ਦਿਓ। ਸਾਰੇ ਬਰਤਨ ਇਕੱਠੇ ਕਰਕੇ ਇੱਕ ਤੋਪ ਤਿਆਰ ਕੀਤੀ। ਉਸ ਤੋਪ ਦਾ ਨਾਮ ਰੱਖਿਆ ਪੀਕਰੇ ਅਜ਼ਦਹੈ ਆਤਿਸ਼ਬਾਰ। ਤੋਪ, ਅਜ਼ਦਹਾ ਕਹਿੰਦੇ ਨੇ ਸੱਪ ਨੂੰ, ਆਤਿਸ਼ਬਾਰ ਕਹਿੰਦੇ ਨੇ ਅੱਗ ਸੁੱਟਣ ਵਾਲਾ, ਜਿਹਨੂੰ ਤੁਸੀਂ ਡਰੈਗਨ ਦੇ ਰੂਪ 'ਚ ਵੇਖਦੇ ਹੋ ਕਿ ਅੱਗ ਸੁੱਟਣ ਵਾਲਾ ਸੱਪ। ਇਹ ਤੋਪ ਦਾ ਨਾਮ ਰੱਖਿਆ ਗਿਆ। 1761 ਦੇ ਵਿੱਚ ਇਹ ਤੋਪ ਤਿਆਰ ਹੋਈ। ਇਹ ਜਿਹੜੀ ਤੋਪ ਸੀ, ਇਹਦਾ ਧਾਰਮਿਕ ਨਾਮਕਰਨ ਕੀਤਾ ਗਿਆ ਜ਼ਮਜ਼ਮਾ। ਸਿੱਖਾਂ ਦੇ ਕੋਲ ਵੀ ਆਈ ਹੈ, ਜਿਹਨੂੰ ਅਸੀਂ ਕਹਿੰਦੇ ਭੰਗੀਆਂ ਵਾਲੀ ਤੋਪ। ਅਹਿਮਦ ਸ਼ਾਹ ਅਬਦਾਲੀ ਨੇ ਸਭ ਤੋਂ ਵੱਡੀ ਇਹ ਤੋਪ ਤਿਆਰ ਕੀਤੀ ਤੇ ਹਰੀ ਸਿੰਘ ਭੰਗੀ ਨੇ ਪਹਿਲੇ ਹਮਲੇ 'ਚ ਇਹਦੇ ਕੋਲ ਖੋਹ ਲਈ। ਇਹ ਤੋਪ ਸਿੱਖਾਂ ਦੇ ਕੋਲ ਆ ਗਈ। ਇਸ ਤੋਪ ਦੇ ਨਾਲ ਸਿੱਖਾਂ ਨੇ 5 ਥਾਂ ਫਤਿਹ ਕੀਤੇ ਨੇ। ਵਜ਼ੀਰਾਬਾਦ ਇਹਦੇ ਨਾਲ ਫਤਿਹ ਕੀਤਾ। ਮੁਲਤਾਨ ਦਾ ਕਿਲਾ, ਮੁਲਤਾਨ ਦਾ ਜਿਹੜਾ ਉਸ ਵੇਲੇ ਦਾ ਫੌਜਦਾਰ ਹੈ ਉਹ ਮੁਜ਼ੱਫਰ ਖਾਨ ਸੀ। ਮੁਜ਼ੱਫਰ ਖਾਨ ਸ਼ਹਿਰ ਦੇ ਵਿੱਚ ਹੈ
ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ 4 ਵਾਰੀ ਮਾਫੀ ਦਿੱਤੀ ਸੀ। ਉਹਨੇ 4 ਵਾਰੀ ਸਿੱਖਾਂ ਦੇ ਨਾਲ ਧੋਖਾ ਕੀਤਾ, 4 ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਮਾਫੀ ਦਿੱਤੀ। 5ਵੀਂ ਵਾਰ ਜਦੋਂ ਮੁਲਤਾਨ ਨੂੰ ਘੇਰਿਆ ਤੇ ਸਾਰੇ ਸ਼ਹਿਰ ਦੇ ਆਲੇ ਦੁਆਲੇ ਉਹਨੇ ਬੜੀ ਸਖਤ ਘੇਰਾਬੰਦੀ ਕੀਤੀ। ਕਈ ਮਹੀਨੇ ਲੰਘ ਗਏ ਉਸ ਘੇਰਾਬੰਦੀ ਨੂੰ ਤੋੜਦਿਆਂ। ਜਦੋਂ ਘੇਰਾਬੰਦੀ ਟੁੱਟੀ ਤਾਂ ਉਸ ਵੇਲੇ ਉਹ ਕਿਲੇ ਦੇ ਵਿੱਚ ਬੜੀ ਜ਼ਿਆਦਾ ਮਜ਼ਬੂਤ ਕਿਲੇਬੰਦੀ ਕਰਕੇ ਬੈਠ ਗਿਆ ਮੁਜ਼ੱਫਰ ਖਾਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਖਬਰ ਪਹੁੰਚੀ ਕਿ ਉਹ ਜਿਹੜੀ ਕਿਲੇ ਦੀ ਫਸੀਲ ਹੈ ਨਹੀਂ ਟੁੱਟ ਰਹੀ, ਤੇ ਇਹ ਜਿਹੜੀ ਤੋਪ ਸੀ ਸਭ ਤੋਂ ਵੱਡੀ, ਇਹ ਭੰਗੀ ਮਿਸਲ ਦੇ ਕੋਲ ਸੀ। ਭੰਗੀ ਮਿਸਲ ਦੇ ਕੋਲ ਹਰਮੰਦਰ ਸਾਹਿਬ ਦਾ ਸਾਰਾ ਸੇਵਾ ਦਾ ਪ੍ਰਬੰਧ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਹਰਮੰਦਰ ਸਾਹਿਬ ਆਇਆ, ਆ ਕੇ ਅਰਦਾਸ ਕੀਤੀ, ਤੇ ਭੰਗੀ ਮਿਸਲ ਦੇ ਸਰਦਾਰ ਫੂਲਾ ਸਿੰਘ ਜਿਹੜੇ ਸੀਗੇ ਉਹ ਕਿਤੇ ਗਏ ਹੋਏ ਸੀ। ਉਹਨਾਂ ਦੀ ਜਗ੍ਹਾ ਤੇ ਜਥੇਦਾਰ ਸਾਧੂ ਸਿੰਘ ਸੀ। ਸ਼ੇਰੇ ਪੰਜਾਬ ਕਹਿੰਦਾ ਕਿ ਕਿਲੇ ਦੀ ਫਸੀਲ ਨਹੀਂ ਟੁੱਟ ਰਹੀ, ਤੇ ਜੇਕਰ ਇਹ ਕਿਲਾ ਫਤਿਹ ਨਾ ਹੋਇਆ ਤਾਂ ਇਹ ਪੰਥ ਦੀ ਬੇਇੱਜ਼ਤੀ ਹੋਵੇਗੀ। ਤੁਸੀਂ ਆਪਣੇ ਸਿੰਘ ਤੇ ਇਹ ਤੋਪ ਲੈ ਕੇ ਉੱਥੇ ਪਹੁੰਚੋ। ਸਰਦਾਰ ਸਾਧੂ ਸਿੰਘ ਉੱਥੇ ਪਹੁੰਚੇ। ਅੰਦਰਲੇ ਪਾਸੇ ਬਹੁਤ ਜ਼ਿਆਦਾ ਦੁਸ਼ਮਣ ਦਾ ਗੜ, ਬਾਹਰਲੇ ਪਾਸੇ ਸ਼ਾਮ ਸਿੰਘ ਅਟਾਰੀ ਔਰ ਸਰਦਾਰ ਸਾਧੂ ਸਿੰਘ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਨੇ। ਇੱਕ ਮੁਸਲਮਾਨ ਲਿਖਾਰੀ ਹੋਇਆ ਜਿਹਨੇ ਜੰਗਨਾਮਾ ਲਿਖਿਆ ਮੁਲਤਾਨ ਦਾ, ਸੈਯਦ ਗੁਲਾਮ ਜ਼ਲਾਨੀ। ਉਹ ਕਹਿੰਦਾ ਕਿ ਮੈਂ ਸਿੱਖਾਂ ਦਾ ਭੇਸ ਬਣਾ ਕੇ ਘੁੰਮ ਰਿਹਾ ਸੀ, ਸਿੱਖਾਂ ਦਾ ਭੇਸ ਬਣਾ ਕੇ ਘੁੰਮ ਰਿਹਾ ਸੀ। ਕਹਿੰਦਾ ਜਦੋਂ ਮੈਂ ਘੁੰਮ ਰਿਹਾ ਸੀ ਤੇ ਇੱਕ ਸਰਦਾਰ ਦੀ ਆਵਾਜ਼ ਸੁਣਾਈ ਦਿੱਤੀ। ਕਹਿੰਦਾ ਉਹਨੇ ਉੱਚੀ ਆਵਾਜ਼ ਦੇ ਨਾਲ ਕਿਹਾ, ਕਹਿੰਦਾ ਉਹ ਸਿੱਖੋ ਜਲਦੀ ਤੋਪ ਦੇ ਨੇੜੇ ਪਹੁੰਚੋ। ਕਹਿੰਦਾ ਤੋਪ ਦਾ ਇੱਕ ਗੋਲਾ ਚੱਲਿਆ, ਉਸਨੇ ਕੰਧ ਦੇ ਵਿੱਚ ਥੋੜਾ ਜਿਹਾ ਪਾੜ ਪਾ ਦਿੱਤਾ। ਦੂਜਾ ਗੋਲਾ ਚੱਲਿਆ, ਹੋਰ ਪਾੜ ਪਿਆ। ਤੀਜਾ ਗੋਲਾ ਚੱਲਿਆ ਤੇ ਤੋਪ ਦਾ ਪਹੀਆ ਟੁੱਟ ਗਿਆ। ਭੰਗੀਆਂ ਵਾਲੀ ਤੋਪ ਦਾ ਪਹੀਆ ਟੁੱਟ ਗਿਆ। ਇੱਕ ਪਾਸੇ ਤੋਪ ਅਨਬੈਲੈਂਸ ਹੋ ਕੇ ਥੱਲੇ ਡਿੱਗ ਪਈ। ਹੁਣ ਜੇਕਰ ਸ਼ਿਸ਼ ਦੇ ਨਾਲ ਟਾਰਗੇਟ ਦੇ ਉੱਪਰ ਨਿਸ਼ਾਨਾ ਕਰਨਾ ਹੈ ਤੇ ਉਹਦੀ ਬੈਰਲ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਮੌਕੇ ਦੇ ਉੱਪਰ ਕੁਝ ਤਿਆਰ ਨਹੀਂ ਹੋ ਸਕਦਾ। ਸਿੱਖ ਲਾਗੇ ਇਕੱਠੇ ਹੋਏ ਨੇ ਤੇ ਜਿਹੜਾ ਤੋਪਚੀ ਹੈ, ਜਿਹੜਾ ਆਤਿਸ਼ਬਾਜ਼ ਹੈ, ਉਹ ਪਤਾ ਕੀ ਕਹਿ ਰਿਹਾ ਹੈ? ਕਹਿੰਦਾ ਹੈ ਕਿ ਜੇਕਰ ਤੋਪ ਨਾ ਚੱਲੀ ਤੇ ਕਿਲਾ ਫਤਿਹ ਨਹੀਂ ਹੋ ਸਕਦਾ, ਤੇ ਤੋਪ ਦੇ ਥੱਲੇ ਬੈਲੈਂਸ ਨਾ ਹੋਇਆ ਤੇ ਤੋਪ ਦਾ ਗੋਲਾ ਨਹੀਂ ਚੱਲ ਸਕਦਾ, ਤੇ ਜੇ ਕੋਈ ਸਿੱਖ ਤੋਪ ਦੇ ਥੱਲੇ ਮੋਢਾ ਦੇ ਸਕਦਾ ਹੈ ਤੇ ਫਿਰ ਮੈਂ ਗੋਲਾ ਚਲਾਉਣਾ ਹੈ। ਪਰ ਮੈਂ ਇਹ ਵੀ ਦੱਸਦਾ ਹੈ ਕਿ ਜਦੋਂ ਗੋਲਾ ਚੱਲੇਗਾ ਤੇ ਉਸ ਝਟਕੇ ਦੇ ਨਾਲ ਸਿੱਖ ਜਿਹੜਾ ਟੁਕੜੇ ਟੁਕੜੇ ਹੋ ਕੇ ਉੱਡ ਜਾਵੇਗਾ। ਸੈਯਦ ਜ਼ਲਾਨੀ ਕਹਿੰਦਾ ਹੈ ਮੈਂ ਸਿੱਖਾਂ ਦੇ ਭੇਸ ਸੀ, ਮੈਂ ਲਾਗੇ ਜਾ ਕੇ ਵੇਖਿਆ ਤੇ ਉੱਥੇ ਲੜਾਈ ਹੋ ਰਹੀ, ਉੱਥੇ ਲੜਾਈ ਹੋ ਰਹੀ ਆ। ਕਹਿੰਦਾ ਮੈਂ ਸੋਚਿਆ ਕਹਿਣਾ ਬੜਾ ਸੌਖਾ ਹੁੰਦਾ ਹੈ, ਮਰਨਾ ਬੜਾ ਔਖਾ ਹੁੰਦਾ ਹੈ। ਕਹਿੰਦਾ ਮੈਂ ਸੋਚਿਆ ਇਹਨਾਂ ਦੇ ਜਥੇਦਾਰ ਨੇ ਕਿਹਾ ਹੈ ਕਿ ਹੁਣ ਤੁਹਾਡੇ ਸਰੀਰ ਦੀ ਲੋੜ ਹੈ, ਤੇ ਕਹਿੰਦਾ ਹੁਣ ਇਹ ਲੜਦੇ ਹੋਣੇ ਨੇ ਕਿ ਤੂੰ ਮੋਢਾ ਦੇ ਤੇ ਤੂੰ ਮੋਢਾ ਦੇ। ਪਰ ਕਹਿੰਦਾ ਹੈਰਾਨ ਰਹਿ ਗਿਆ ਜਦੋਂ ਲਾਗੇ ਗਿਆ ਤੇ ਸਿੱਖ ਲੜ ਰਹੇ ਸੀ। ਕੋਈ ਕਹਿੰਦਾ ਸੀ ਪਹਿਲਾਂ ਮੈਂ ਮੋਢਾ ਦੇਣਾ, ਦੂਜਾ ਕਹਿੰਦਾ ਸੀ ਪਹਿਲਾਂ ਮੈਂ ਮੋਢਾ ਦੇਣਾ। ਕਹਿੰਦਾ ਮੈਂ ਹੈਰਾਨ ਹੋ ਗਿਆ, ਸਿੱਖ ਲੜ ਰਹੇ ਨੇ। ਉਸ ਵੇਲੇ ਕਹਿੰਦਾ ਉਹਨਾਂ ਦੇ ਜਥੇਦਾਰ ਨੇ ਕਿਹਾ, ਕਹਿੰਦਾ ਰੁਕੋ, ਤੁਸੀਂ ਕੋਈ ਮੋਢਾ ਨਹੀਂ ਦਿਓਗੇ। ਅੱਜ ਜਥੇਦਾਰੀ ਦਾ ਫਰਜ਼, ਤੁਸੀਂ ਕੋਈ ਮੋਢਾ ਨਹੀਂ ਦਿਓਗੇ। ਮੈਂ ਤੁਹਾਡਾ ਜਥੇਦਾਰ ਹਾਂ, ਸਭ ਤੋਂ ਪਹਿਲਾਂ ਮੈਂ ਮੋਢਾ ਦਊਂਗਾ। ਉਸ ਤੋਂ ਬਾਅਦ ਮੇਰੇ ਖੱਬੇ ਪਾਸੇ ਜਿਹੜਾ ਖੜਾ ਹੁੰਦਾ ਸਿੱਖ ਆ ਉਹ ਮੋਢਾ ਦੇਵੇਗਾ, ਫਿਰ ਮੇਰੇ ਸੱਜੇ ਪਾਸੇ ਖੜੇ ਹੋਣ ਵਾਲਾ ਸਿੱਖ ਮੋਢਾ ਦੇਵੇਗਾ। ਉਸ ਤੋਂ ਬਾਅਦ ਤੁਸੀਂ ਆਪਣੇ ਅਹੁਦਿਆਂ ਦੇ ਮੁਤਾਬਕ ਉੱਪਰ ਤੋਂ ਹੇਠਾਂ ਨੂੰ ਮੋਢੇ ਦਿੰਦੇ ਜਾਓ। ਕਹਿੰਦਾ ਜਥੇਦਾਰ ਨੇ ਮੋਢਾ ਦਿੱਤਾ, ਤੋਪ ਦਾ ਗੋਲਾ ਚੱਲਿਆ, ਤੁੰਬਾ ਤੁੰਬਾ ਹੋ ਕੇ ਉੱਡ ਗਿਆ। ਦੂਸਰੇ ਸਿੱਖ ਨੇ ਮੋਢਾ ਦਿੱਤਾ, ਤੋਪ ਦਾ ਗੋਲਾ ਚੱਲਿਆ, ਕਹਿੰਦਾ ਤੁੰਬਾ ਤੁੰਬਾ ਹੋ ਕੇ ਉੱਡ ਗਿਆ। ਕਹਿੰਦਾ ਮੈਂ ਹੈਰਾਨ ਸੀ, ਸਿੱਖ ਦੀਆਂ ਕਹਿੰਦਾ ਹੱਡੀਆਂ ਵੀ ਰੂਹਾਂ ਉੱਡ ਜਾਂਦੀਆਂ ਨੇ, ਤੇ ਦੂਜਾ ਸਿੱਖ ਫਤਿਹ ਬੁਲਾ ਕੇ ਖੁਸ਼ੀ ਨਾਲ ਬਹਿ ਜਾਂਦਾ ਹੈ। ਕਹਿੰਦਾ 17 ਗੋਲੇ ਚੱਲੇ, 17 ਸਿੱਖ ਤੁੰਬੇ ਤੁੰਬੇ ਹੋ ਕੇ ਉੱਡ ਗਏ। ਮੁਲਤਾਨ ਦੇ ਕਿਲੇ 'ਚ ਪਾੜ ਪੈ ਗਿਆ, ਕਿਲਾ ਫਤਿਹ ਹੋ ਗਿਆ। ਕਹਿੰਦਾ ਮੇਰਾ ਜੀ ਕੀਤਾ ਕਿ ਇਸ ਬਾਣੇ ਨੂੰ ਲਾਜ ਨਾ ਲੱਗ ਜਾਵੇ। ਕਹਿੰਦਾ ਮੇਰਾ ਜੀ ਕੀਤਾ ਮੈਂ ਵੀ ਤੋਪ ਦੇ ਥੱਲੇ ਮੋਢਾ ਦੇ ਦੇਵਾਂ, ਪਰ ਕਹਿੰਦਾ ਮੈਂ ਸੋਚਿਆ ਜੇਕਰ ਮੈਂ ਵੀ ਮੋਢਾ ਦੇ ਕੇ ਮਰ ਗਿਆ ਤਾਂ ਸਿੱਖਾਂ ਦੀ ਇਸ ਬਹਾਦਰੀ ਦੀ ਦਾਸਤਾਨ ਕੌਣ ਲਿਖੇਗਾ। ਇਹ ਸਾਡੇ ਉਸ ਵੇਲੇ ਦੇ ਲੀਡਰਾਂ ਦਾ ਕਿਰਦਾਰ ਹੈ, ਤੇ ਅੱਜ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਉਹਦੇ ਵਿੱਚ ਸਾਡੀ ਲੀਡਰਸ਼ਿਪ ਦੇ ਵਿੱਚ ਉਹ ਕਿਰਦਾਰ ਖਤਮ ਹੋ ਚੁੱਕਾ ਹੈ। 10 ਮਿੰਟ ਮੈਂ ਉੱਪਰ ਲੈ ਗਿਆ, ਖਿਮਾ ਦਾ ਜਾਚਕ, ਕੋਈ ਰਸਨਾ ਵਾਂਝੀ ਨਾ ਰਵੇ। ਆਓ ਫਿਰ ਇੱਕ ਵਾਰੀ ਫਤਿਹ ਦੀ ਸਾਂਝ ਪਾਈਏ, ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।